रेडियो वॉइस ऑफ खालसा सुन रहे सारे ਸਰੋਤਿਆਂ ਦਾ ਪ੍ਰੋਗਰਾਮ ਕਿਤਾਬ ਸੰਸਾਰ ਦੇ ਵਿੱਚ ਸਵਾਗਤ ਹੈ ਜੀ। ਦਾਸ ਜਰਨੈਲ ਸਿੰਘ ਚੱਕਰ ਦੀ ਫਤਿਹ ਆਪ ਸਾਰੇ ਸਰੋਤਿਆਂ ਨੇ ਪ੍ਰਵਾਨ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਰੋਤਿਓ, ਪਿਛਲੇ ਦਿਨਾਂ ਤੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਇੱਕ ਕਿਤਾਬ ਜਿਸ ਦਾ ਨਾਮ ਹੈ ਸਿੱਖ ਰਾਜ ਕਿਵੇਂ ਬਣਿਆ ਪੜ੍ਹ ਰਹੇ ਹਾਂ ਅਤੇ ਇਸ ਕਿਤਾਬ ਦੇ ਅਸੀਂ 123 ਪੰਨੇ ਪੜ੍ਹ ਚੁੱਕੇ ਹਾਂ ਅਤੇ ਇਹ ਕਿਤਾਬ ਲਿਖੀ ਹੋਈ ਹੈ ਗਿਆਨੀ ਸੋਹਣ ਸਿੰਘ ਸੀਤਲ ਜੀ ਵੱਲੋਂ। ਅਤੇ ਇੱਕ ਬੇਨਤੀ ਮੈਂ ਖਾਸ ਤੌਰ 'ਤੇ ਕਰਦਾ ਜਾਵਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਕਾਲਾਂ ਜਿਹੜੀਆਂ ਨੇ ਉਹ ਨਹੀਂ ਲਵਾਂਗੇ, ਕਿਉਂਕਿ ਅਸੀਂ ਕੋਸ਼ਿਸ਼ ਕਰਦੇ ਹਾਂ ਵੱਧ ਤੋਂ ਵੱਧ ਜਿਹੜੀ ਇਨਫੋਰਮੇਸ਼ਨ, ਜਿਹੜੇ ਸ਼ਬਦ ਲੇਖਕ ਵੱਲੋਂ ਲਿਖੇ ਗਏ ਨੇ ਉਸੇ ਤਰ੍ਹਾਂ ਹੀ ਤੁਹਾਡੇ ਤੱਕ ਪਹੁੰਚਾਏ ਜਾਣ। ਸੋ ਆਓ ਅਸੀਂ ਸ਼ੁਰੂ ਕਰਦੇ ਹਾਂ ਕਿਤਾਬ ਸਿੱਖ ਰਾਜ ਕਿਵੇਂ ਬਣਿਆ, ਗਿਆਨੀ ਸੋਹਣ ਸਿੰਘ ਸੀਤਲ ਜੀ ਦੀ ਕਲਮ ਤੋਂ। ਮਾਰਚ 1748 ਈਸਵੀ ਵਿੱਚ ਅਬਦਾਲੀ ਮੀਰ ਮੰਨੂ ਤੋਂ ਹਾਰ ਖਾ ਕੇ ਗਿਆ ਸੀ। ਉਦੋਂ ਮੀਰ ਮੰਨੂ ਹਿੰਦੁਸਤਾਨ ਦੀ ਸਾਰੀ ਤਾਕਤ ਦਾ ਮਾਲਕ ਸੀ ਤੇ ਹੁਣ ਕੇਵਲ ਪੰਜਾਬ ਦੀ, ਜਿੱਥੇ ਆ ਕੇ ਉਹ ਨਵਾਂ ਹਾਕਮ ਲੱਗਾ ਸੀ। ਅਬਦਾਲੀ ਇਹ ਵੀ ਜਾਣਦਾ ਸੀ ਕਿ ਦਿੱਲੀ ਦਰਬਾਰ ਵਿੱਚ ਫੁੱਟ ਹੋਣ ਕਰਕੇ ਉੱਥੋਂ ਦੇ ਵਜ਼ੀਰ ਨੇ ਕਦੇ ਵੀ ਸੂਬੇਦਾਰ ਲਾਹੌਰ ਨੂੰ ਮਦਦ ਨਹੀਂ ਦਿੱਤੀ। ਹੁਣ ਉਹ ਇਹ ਵੇਖਣਾ ਚਾਹੁੰਦਾ ਸੀ ਕਿ ਪੰਜਾਬ ਦਾ ਸੂਬੇਦਾਰ ਹੋਣ ਦੀ ਹੈਸੀਅਤ ਵਿੱਚ ਮੀਰ ਮੰਨੂ ਦੀ ਕਿੰਨੀ ਕੁ ਤਾਕਤ ਹੈ। ਸੋ ਦਸੰਬਰ 1748 ਈਸਵੀ ਅਬਦਾਲੀ ਸਣੇ ਫੌਜ ਦਰਿਆ ਅਟਕ ਤੋਂ ਉਰਾਰ ਟੱਪ ਗਿਆ। ਉਹ ਮੁਲਕ ਨੂੰ ਉਜਾੜਦਾ ਹੋਇਆ ਝਨਾਹ ਦੇ ਉਰਲੇ ਪਾਸੇ ਸੋਧਰੇ ਤੋਂ 4 ਮੀਲ ਚੜ੍ਹਦੇ ਪਾਸੇ ਪਹਾੜ ਦੀ ਗੁੱਠ ਵਿੱਚ ਆ ਬੈਠਾ। ਅਬਦਾਲੀ ਨੇ ਮੀਰ ਮੰਨੂ ਨੂੰ ਚਿੱਠੀ ਲਿਖੀ ਕਿ ਨਾਦਰ ਸ਼ਾਹ ਦੇ ਵੇਲੇ ਤੋਂ 4 ਮੁਹਾਲ ਸਾਡੀ ਬਾਦਸ਼ਾਹੀ ਦਾ ਹਿੱਸਾ ਬਣ ਚੁੱਕੇ ਸਨ। ਉਹਨਾਂ ਦਾ ਮਾਮਲਾ ਤਾਰੋ ਤੇ ਅੱਗੇ ਵਾਸਤੇ ਸਮੇਂ ਸਿਰ ਮਾਮਲਾ ਭੇਜਣ ਦਾ ਭਰੋਸਾ ਦਿਵਾਓ। ਮੀਰ ਮੰਨੂ ਨੇ ਇੱਕ ਪਾਸੇ ਤਾਂ ਅਬਦਾਲੀ ਨਾਲ ਸੁਲ੍ਹਾ ਦੀ ਗੱਲਬਾਤ ਜਾਰੀ ਰੱਖੀ ਤੇ ਦੂਜੇ ਪਾਸੇ ਅਬਦਾਲੀ ਦੀ ਉਹ ਚਿੱਠੀ ਬਾਦਸ਼ਾਹ ਦਿੱਲੀ ਨੂੰ ਭੇਜ ਦਿੱਤੀ। ਦਿੱਲੀ ਬਾਦਸ਼ਾਹ ਨੇ 4 ਮੁਹਾਲ ਦਾ ਮਾਮਲਾ ਅਬਦਾਲੀ ਨੂੰ ਦੇਣਾ ਪ੍ਰਵਾਨ ਕਰ ਲਿਆ ਤਾਂ ਆਪਣੀ ਫੌਜੀ ਕਮਜ਼ੋਰੀ ਵੇਖ ਕੇ ਮੀਰ ਮੰਨੂ ਨੇ ਵੀ 4 ਮੁਹਾਲ ਦਾ ਮਾਮਲਾ 14 ਲੱਖ ਸਾਲਾਨਾ ਅਬਦਾਲੀ ਨੂੰ ਦੇਣਾ ਮੰਨ ਲਿਆ ਤੇ 1 ਸਾਲ ਦਾ ਦੇ ਦਿੱਤਾ। ਮਾਮਲਾ ਲੈ ਕੇ ਅਬਦਾਲੀ ਉੱਥੋਂ ਹੀ ਵਾਪਸ ਕੰਧਾਰ ਨੂੰ ਮੁੜ ਗਿਆ। ਮੀਰ ਮੰਨੂ ਇੱਧਰੋਂ ਮੁੜਿਆ ਹੀ ਸੀ ਜਾਂ ਉਸ ਨੂੰ ਮੁਲਤਾਨ ਦੀ ਬਿਪਤਾ ਪੈ ਗਈ। ਵਜ਼ੀਰ ਸਫਦਰ ਜੰਗ ਨੇ ਮੀਰ ਮੰਨੂ ਦੀ ਤਾਕਤ ਘਟਾਉਣ ਬਦਲੇ ਮੁਲਤਾਨ ਦਾ ਸੂਬੇਦਾਰ ਸ਼ਾਹ ਨਿਵਾਜ਼ ਖਾਨ ਨੂੰ ਬਣਾ ਦਿੱਤਾ। ਉਸ ਨੇ ਮਈ 1749 ਈਸਵੀ ਵਿੱਚ ਮੁਲਤਾਨ 'ਤੇ ਆ ਕਬਜ਼ਾ ਕੀਤਾ। ਉਸ ਨੇ ਕੁਝ ਪੁਰਾਣੇ ਫੌਜੀ ਵਧੇਰੇ ਤਨਖਾਹ ਦੇ ਕੇ ਆਪਣੇ ਨਾਲ ਗੰਢ ਲਏ ਤੇ ਬਹੁਤ ਸਾਰੀ ਨਵੀਂ ਫੌਜ ਭਰਤੀ ਕਰ ਲਈ। ਦਿਨਾਂ ਵਿੱਚ ਹੀ ਉਹਨੇ 15,000 ਫੌਜ ਲਾਹੌਰ ਉੱਤੇ ਹਮਲਾ ਕਰਨ ਵਾਸਤੇ ਤਿਆਰ ਕਰ ਲਈ, ਕਿਉਂਕਿ ਸਫਦਰ ਜੰਗ ਵੱਲੋਂ ਉਸ ਨੂੰ ਭਰੋਸਾ ਦਵਾਇਆ ਗਿਆ ਸੀ ਕਿ ਜੇ ਤੂੰ ਲਾਹੌਰ ਮੀਰ ਮੰਨੂ ਤੋਂ ਖੋਹ ਲਵੇਂ ਤਾਂ ਤੈਨੂੰ ਸੂਬੇਦਾਰੀ ਦੀ ਸਨਦ ਦੇ ਦਿੱਤੀ ਜਾਵੇਗੀ। ਦੂਜੇ ਪਾਸੇ ਸਫਦਰ ਜੰਗ ਨੇ ਨਾਸਿਰ ਖਾਂ ਨੂੰ ਕਿਹਾ ਕਿ ਜੇ ਤੂੰ ਬਲ ਨਾਲ ਮੀਰ ਮੰਨੂ ਤੋਂ ਲਾਹੌਰ ਖੋਹ ਲਵੇਂ ਤਾਂ ਤੈਨੂੰ ਲਾਹੌਰ ਦਾ ਸੂਬੇਦਾਰ ਮੰਨ ਲਿਆ ਜਾਵੇਗਾ। ਇਹ ਨਾਸਿਰ ਖਾਂ ਉਹ ਕਾਬਲ ਦਾ ਪੁਰਾਣਾ ਸੂਬੇਦਾਰ ਸੀ ਜਦ ਮੀਰ ਮੰਨੂ ਸੂਬੇਦਾਰ ਬਣ ਕੇ ਲਾਹੌਰ ਆਇਆ। ਉਦੋਂ ਨਾਸਿਰ ਖਾਂ ਬੇਕਾਰ ਸੀ। ਉਹਨੇ ਮੀਰ ਮੰਨੂ ਕੋਲ ਆਪਣੀ ਵਿਥਿਆ ਫੋਲੀ। ਉਹਨੇ ਨਾਸਿਰ ਖਾਂ ਨੂੰ 4 ਮੁਹਾਲ ਦੀ ਫੌਜਦਾਰੀ ਦੇ ਦਿੱਤੀ। ਸਫਦਰ ਜੰਗ ਦੇ ਆਖੇ ਲੱਗ ਕੇ ਨਾਸਿਰ ਖਾਂ ਨੇ ਮੀਰ ਮੰਨੂ ਨਾਲ ਵਿਸਾਖਘਾਤ ਕੀਤਾ ਤੇ ਲਾਹੌਰ ਉੱਤੇ ਹਮਲਾ ਕਰਨ ਵਾਸਤੇ 17-18 ਹਜ਼ਾਰ ਫੌਜ ਤਿਆਰ ਕਰ ਲਈ। ਮੀਰ ਮੰਨੂ ਨੂੰ ਸੁਣ ਕੇ ਬੜਾ ਗੁੱਸਾ ਲੱਗਾ। ਉਹ ਆਪ ਇੱਕ ਤਕੜੀ ਫੌਜ ਲੈ ਕੇ ਸਿਆਲਕੋਟ ਉੱਤੇ ਜਾ ਪਿਆ। ਲੜਾਈ ਵਿੱਚ ਨਾਸਿਰ ਖਾਂ ਹਾਰ ਗਿਆ ਤੇ ਜਾਨ ਬਚਾ ਕੇ ਦਿੱਲੀ ਨੱਸ ਗਿਆ। ਇਹ ਘਟਨਾ ਜੁਲਾਈ 1749 ਦੀ ਹੈ। ਇੱਧਰੋਂ ਵਿਹਲਾ ਹੋ ਕੇ ਮੀਰ ਮੰਨੂ ਨੇ ਕੌੜਾ ਮੱਲ ਨੂੰ ਬੜੀ ਤਕੜੀ ਫੌਜ ਦੇ ਕੇ ਮੁਲਤਾਨ ਫਤਿਹ ਕਰਨ ਵਾਸਤੇ ਤੋਰਿਆ। ਮੰਨੂ ਦੀ ਆਗਿਆ ਨਾਲ ਕੌੜਾ ਮੱਲ ਨੇ ਦਲ ਖਾਲਸਾ ਦੇ 10,000 ਨਾਲ ਲੈ ਲਏ
ਸਿੰਘਾਂ ਦੀ ਤਨਖਾਹ 8 ਆਨੇ ਪੈਦਲ, 1 ਰੁਪਇਆ ਸਵਾਰ ਤੇ 5 ਰੁਪਏ ਸਰਦਾਰ ਰੋਜ਼ਾਨਾ ਪੱਕੀ ਹੋਈ। ਬਾਕੀ ਸਿਪਾਹੀਆਂ ਨਾਲੋਂ ਇਹ ਤਨਖਾਹ ਵਧੇਰੇ ਸੀ। ਨਾਲ ਹੀ ਸਿੰਘਾਂ ਦਾ ਹਾਰੇ ਹੋਏ ਵੈਰੀ ਉੱਤੇ ਲੁੱਟ ਦਾ ਹੱਕ ਮੰਨ ਲਿਆ ਗਿਆ। 2 ਮਹੀਨੇ ਦੀ ਤਨਖਾਹ ਸਿੰਘਾਂ ਨੂੰ ਪੇਸ਼ਗੀ ਦੇ ਦਿੱਤੀ ਗਈ। ਸਰਦਾਰ ਜੱਸਾ ਸਿੰਘ ਈਚੋ ਗਿੱਲੀਆ ਬਿਮਾਰ ਸੀ, ਸੋ ਉਹ ਰਾਮ ਰੌਣੀ ਹੀ ਰਿਹਾ। ਇਸ ਗੱਲੋਂ ਉਹਦਾ ਨਾਂ ਰਾਮਗੜੀਆ ਪੈ ਗਿਆ। ਮੁਲਤਾਨ ਤੋਂ 3 ਕੋਹ ਬਾਹਰ ਲੜਾਈ ਹੋਈ। ਸ਼ਾਹ ਨਿਵਾਜ਼ ਕੌੜਾ ਮੱਲ ਦੀਆਂ ਫੌਜਾਂ ਨੂੰ ਦਬਾਈ ਆ ਰਿਹਾ ਸੀ। ਕੌੜਾ ਮੱਲ ਨੇ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੂੰ ਕਿਹਾ, ਪੰਥ ਦੇ ਹੁੰਦਿਆਂ ਵੀ ਮੇਰੀ ਹਾਰ ਹੋ ਜਾਏ ਤਾਂ ਮੈਂ ਹੋਰ ਕਿਹਦਾ ਆਸਰਾ ਲਵਾਂ। ਇਹ ਸੁਣ ਕੇ ਸਿੰਘਾਂ ਨੂੰ ਜੋਸ਼ ਆ ਗਿਆ। ਸਰਦਾਰ ਜੱਸਾ ਸਿੰਘ ਤੇ ਸੁੱਖਾ ਸਿੰਘ ਨੇ ਸਤਿ ਸ਼੍ਰੀ ਅਕਾਲ ਦੇ ਜੈਕਾਰੇ ਛੱਡ ਕੇ ਸ਼ਾਹ ਨਿਵਾਜ਼ ਤੇ ਹੱਲਾ ਬੋਲ ਦਿੱਤਾ। ਸਰਦਾਰ ਜੱਸਾ ਸਿੰਘ ਦੀ ਗੋਲੀ ਨਾਲ ਸ਼ਾਹ ਨਿਵਾਜ਼ ਥੱਲੇ ਆ ਪਿਆ ਤੇ ਭੀਮ ਸਿੰਘ ਨੇ ਭੱਜ ਕੇ ਉਹਦਾ ਸਿਰ ਲਾਹ ਲਿਆ। ਹਾਕਮ ਮਾਰਿਆ ਗਿਆ ਤਾਂ ਨਖਸਮੀਆਂ ਫੌਜਾਂ ਨੇ ਕਦ ਖਲੋਣਾ ਸੀ। ਸ਼ਾਹ ਨਿਵਾਜ਼ ਦੀਆਂ ਫੌਜਾਂ ਨੱਸ ਉੱਠੀਆਂ। ਲੁੱਟ ਮਾਰ ਕਰਨ ਵਿੱਚ ਸਿੰਘ ਸਾਰਿਆਂ ਤੋਂ ਨਾਲੋਂ ਤਕੜੇ ਸਨ, ਸੋ ਹੱਲਾ ਕਰਕੇ ਉਹਨਾਂ ਸ਼ਾਹ ਨਿਵਾਜ਼ ਦਾ ਡੇਰਾ ਤੇ ਸ਼ਹਿਰ ਮੁਲਤਾਨ ਲੁੱਟ ਲਿਆ। ਇਹ ਘਟਨਾ ਸਤੰਬਰ ਜਾਂ ਅਕਤੂਬਰ 1749 ਈਸਵੀ ਦੀ ਹੈ। ਕੌੜਾ ਮੱਲ ਨੇ ਭੀਮ ਸਿੰਘ ਨੂੰ ਸੁਨਹਿਰੀ ਕੜਿਆਂ ਦੀ ਜੋੜੀ, ਫੌਲਾਦੀ ਸੰਜੋਗ, ਬਸਤਰ ਤੇ ਘੋੜਾ ਇਨਾਮ ਦਿੱਤਾ। ਸ਼ਾਹ ਨਿਵਾਜ਼ ਦਾ ਸਿਰ ਮੀਰ ਮੰਨੂ ਕੋਲ ਲਾਹੌਰ ਭੇਜ ਦਿੱਤਾ ਤੇ ਧੜ ਸ਼ਮਸ ਤਬਰੇਜ਼ ਦੇ ਮਕਬਰੇ ਦੇ ਅਹਾਤੇ ਵਿੱਚ ਦਫਨਾ ਦਿੱਤਾ। ਸਾਰੇ ਮੁਲਤਾਨ ਉੱਤੇ ਕੌੜਾ ਮੱਲ ਨੇ ਕਬਜ਼ਾ ਕਰ ਲਿਆ। ਮੀਰ ਮੰਨੂ ਨੇ ਕੌੜਾ ਮੱਲ ਨੂੰ ਮਹਾਰਾਜਾ ਬਹਾਦਰ ਦਾ ਖਿਤਾਬ ਦੇ ਕੇ ਮੁਲਤਾਨ ਦਾ ਸੂਬੇਦਾਰ ਥਾਪ ਦਿੱਤਾ। ਕੌੜਾ ਮੱਲ ਗੁਰੂ ਘਰ ਦਾ ਬੜਾ ਸ਼ਰਧਾਲੂ ਸੀ। ਇਸ ਜਿੱਤ ਦੀ ਖੁਸ਼ੀ ਵਿੱਚ ਉਹਨੇ 11,000 ਰੁਪਇਆ ਅੰਮ੍ਰਿਤਸਰ ਦਰਬਾਰ ਸਾਹਿਬ ਭੇਟਾ ਕੀਤਾ ਤੇ 3 ਲੱਖ ਰੁਪਇਆ ਖਰਚ ਕੇ ਨਨਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੇ ਉਸ ਦੇ ਨਾਲ 2 ਸਰੋਵਰ ਬਣਾਏ। ਉਹ ਸਿੱਖਾਂ ਦੀ ਸੇਵਾ ਬੜੇ ਪ੍ਰੇਮ ਨਾਲ ਕਰਦਾ ਹੁੰਦਾ ਸੀ। ਸਿੰਘ ਉਸ ਨੂੰ ਪਿਆਰ ਨਾਲ ਮਿੱਠਾ ਮੱਲ ਕਿਹਾ ਕਰਦੇ ਸਨ। ਕੌੜਾ ਮੱਲ ਨੇ ਮੀਰ ਮੰਨੂ ਨੂੰ ਸਿੱਖਾਂ ਦੇ ਹੱਕ ਵਿੱਚ ਇੱਥੋਂ ਤੱਕ ਲਿਖਿਆ ਕਿ ਮੁਲਤਾਨ ਦੀ ਫਤਿਹ ਸਿੱਖਾਂ ਦੀ ਮਦਦ ਦਾ ਸਦਕਾ ਹੀ ਹੋਈ ਹੈ, ਸੋ ਇਹਨਾਂ ਨੂੰ ਖੁਸ਼ ਰੱਖਣਾ ਚਾਹੀਦਾ ਹੈ। ਮੀਰ ਮੰਨੂ ਨੇ ਕੌੜਾ ਮੱਲ ਦੀ ਸਿਫਾਰਿਸ਼ ਉੱਤੇ ਸਿੱਖਾਂ ਦੀ ਜਾਗੀਰ ਵਿੱਚ ਅੱਗੇ ਨਾਲੋਂ ਵਾਧਾ ਕਰ ਦਿੱਤਾ, ਭਾਵ ਪਰਗਣਾ ਚੂਣੀਆਂ ਤੇ ਝਬਾਲ ਦੇ ਦਿੱਤੇ। ਸਿੰਘਾਂ ਵੀ ਮੀਰ ਮੰਨੂ ਦੇ ਇਲਾਕੇ ਵਿੱਚ ਲੁੱਟਮਾਰ ਕਰਨੀ ਛੱਡ ਦਿੱਤੀ ਤੇ ਦੇਸ਼ ਵਿੱਚ ਅਮਨ ਨਾਲ ਰਹਿਣ ਲੱਗ ਪਏ। ਸਭ ਤੋਂ ਪਹਿਲਾਂ ਉਹਨਾਂ ਗੁਰਦੁਆਰਿਆਂ ਦੀ ਸੇਵਾ ਕੀਤੀ। ਅੰਮ੍ਰਿਤਸਰ ਸਰੋਵਰ ਪਿਛਲੇ ਹਾਕਮਾਂ ਨੇ ਪੂਰ ਛੱਡਿਆ ਸੀ, ਉਸ ਵਿੱਚੋਂ ਗਾਰ ਕੱਢ ਕੇ ਖੂਹਾਂ ਦੇ ਪਾਣੀ ਨਾਲ ਭਰ ਦਿੱਤਾ। ਕੌੜਾ ਮੱਲ ਦੇ ਦਿੱਤੇ ਹੋਏ ਰੁਪਏ ਨਾਲ ਹਰਿਮੰਦਰ ਸਾਹਿਬ ਦੀ ਸੇਵਾ ਆਰੰਭ ਦਿੱਤੀ। ਹੋਰ ਵੀ ਸਿੱਖ ਸਰਦਾਰਾਂ ਨੇ ਯਥਾ ਸ਼ਕਤ ਭੇਟਾ ਚੜਾਈ, ਸੋ ਇੱਕ ਵਾਰ ਹਰਿਮੰਦਰ ਸਾਹਿਬ ਦੀ ਸ਼ਾਨ ਫੇਰ ਚਮਕ ਉੱਠੀ। ਜਿਹੜੇ ਲੋਕ ਅੱਗੇ ਹਾਕਮਾਂ ਤੋਂ ਡਰਦੇ ਨੱਸ ਗਏ ਸਨ, ਉਹ ਫੇਰ ਗੁਰੂ ਕੀ ਨਗਰੀ ਆ ਵਸੇ। ਕੁਛ ਸਿੱਖ ਸਰਦਾਰਾਂ ਨੇ ਵੀ ਆਪਣੇ ਵਾਸਤੇ ਮਕਾਨ ਬਣਾ ਲਏ। ਜਾਗੀਰ ਤੋਂ ਅੰਮ੍ਰਿਤਸਰ ਵਿੱਚ ਗੁਰੂ ਕਾ ਲੰਗਰ ਚੰਗੀ ਤਰ੍ਹਾਂ ਚੱਲਣ ਲੱਗਾ। ਅਕਾਲ ਬੁੰਗੇ ਤੇ ਪ੍ਰਦਖਣਾ ਦੇ ਉਦਾਲੇ ਸਿੰਘਾਂ ਦੀ ਗਹਿਮਾ ਗਹਿਮ ਦਿਸਣ ਲੱਗੀ। 2 ਸਾਲ ਚੰਗੇ ਸੁੱਖ ਦੇ ਲੰਘ ਗਏ। ਇਸੇ ਸਮੇਂ ਕੌੜਾ ਮੱਲ ਦੇ ਅਰਦਾਸ ਕੀਤੇ ਧਨ ਨਾਲ ਨਨਕਾਣਾ ਸਾਹਿਬ ਗੁਰਦੁਆਰਾ ਬਾਲ ਲੀਲਾ ਤੇ ਹੋਰ ਧਰਮ ਸਥਾਨ ਬਣਾਏ ਗਏ। ਹੋਰ ਵੀ ਜਿੱਥੇ ਕਿਤੇ ਕਿਸੇ ਗੁਰਦੁਆਰੇ ਦੀ ਬੇਅਦਬੀ ਕੀਤੀ ਗਈ ਸੀ, ਉਸ ਨੂੰ ਨਵੇਂ ਸਿਰਿਓਂ ਬਣਵਾਇਆ ਗਿਆ। ਇਸ ਸੁਲਾਹ ਦਾ ਇੱਕ ਫਾਇਦਾ ਇਹ ਵੀ ਹੋਇਆ, ਲੋਕ ਸਮਝਣ ਲੱਗ ਪਏ ਕਿ ਹੁਣ ਸਰਕਾਰ ਨੇ ਵੀ ਸਿੱਖਾਂ ਦੀ ਤਾਕਤ ਨੂੰ ਮੰਨ ਲਿਆ ਹੈ। ਜਿਹੜੇ ਸਿੰਘ ਅਜੇ ਤੱਕ ਸਰਕਾਰ ਦੇ ਬਾਗੀ ਸਮਝੇ ਜਾਂਦੇ ਸਨ, ਉਹ ਹੁਣ ਸਰਕਾਰ ਹਰ ਮੁਹਿੰਮ ਵਿੱਚ ਉਹਨਾਂ ਤੋਂ ਮਦਦ ਲੈਂਦੀ ਸੀ। ਸੋ ਲੋਕ ਖੁੱਲ੍ਹਮ ਖੁੱਲ੍ਹਾ ਅੰਮ੍ਰਿਤ ਛਕ ਕੇ ਸਿੰਘ ਸਜਣ ਲੱਗ ਪਏ। ਜਿੱਥੇ ਅੱਗੇ ਮਾਪੇ ਪੁੱਤਰਾਂ ਨੂੰ ਸਿੰਘ ਸਜਣ ਤੋਂ ਰੋਕਦੇ ਸਨ,
ਫਿਰ ਉਹ ਆਪ ਉਹਨਾਂ ਨੂੰ ਸਿੰਘ ਸਜਣ ਦੀ ਪ੍ਰੇਰਨਾ ਕਰਨ ਲੱਗੇ, ਕਿਉਂਕਿ ਸਿੰਘ ਸਜਣ ਨਾਲ ਗੁਆਂਢ ਵਸਣ ਵਾਲਿਆਂ ਉੱਤੇ ਬੜਾ ਰੋਹ ਪੈ ਜਾਂਦਾ ਸੀ। ਲੋਕਾਂ ਦੇ ਦਿਲਾਂ ਉੱਤੇ ਸਿੰਘਾਂ ਦਾ ਅਜਿਹਾ ਧਮਾ ਜੰਮ ਚੁੱਕਾ ਸੀ ਕਿ ਵੈਰੀ ਹਰ ਵੇਲੇ ਉਹਨਾਂ ਤੋਂ ਡਰਦੇ ਰਹਿੰਦੇ ਸਨ ਤੇ ਸ਼ਰਧਾਲੂ ਸਿੰਘਾਂ ਦੀ ਮਦਦ ਉੱਤੇ ਮਾਣ ਰੱਖਦੇ ਸਨ। ਇਸ ਵੇਲੇ ਸਿੰਘਾਂ ਦੀ ਗਿਣਤੀ ਤੇ ਰੋਹਬ ਦੋਹਾਂ ਚੀਜ਼ਾਂ ਵਿੱਚ ਢੇਰ ਵਾਧਾ ਹੋਇਆ। ਸਿੱਖਾਂ ਤੇ ਸਰਕਾਰ ਵਿੱਚ ਇਹ ਸਮਝੌਤਾ ਕੌੜਾ ਮੱਲ ਦੀ ਬਦੌਲਤ ਹੀ ਸੀ, ਨਹੀਂ ਤਾਂ ਸਿੱਖੀ ਦੇ ਵਿਰੋਧੀ ਮੁੱਲਾਂ ਤੇ ਹਾਕਮ ਸਦਾ ਮੀਰ ਮੰਨੂ ਨੂੰ ਸਿੱਖਾਂ ਦੇ ਵਿਰੁੱਧ ਭੜਕਾਉਂਦੇ ਰਹਿੰਦੇ ਸਨ। ਮੰਨੂ ਵੀ ਲਾਹੌਰ ਦੇ ਇੰਨੇ ਨੇੜੇ ਅੰਮ੍ਰਿਤਸਰ ਵਿੱਚ ਸਿੱਖਾਂ ਦੀ ਇੰਨੀ ਭਾਰੀ ਤਾਕਤ ਪਸੰਦ ਨਹੀਂ ਸੀ ਕਰਦਾ, ਪਰ ਉਹ ਸਮੇਂ ਦੀ ਉਡੀਕ ਵਿੱਚ ਚੁੱਪ ਵੱਟੀ ਬੈਠਾ ਸੀ। ਸਿੰਘ ਵੀ ਇਸ ਗੱਲ ਨੂੰ ਜਾਣਦੇ ਸਨ ਤੇ ਆਪਣੀ ਤਾਕਤ ਵਧਾਉਣ ਦੇ ਫਿਕਰ ਵਿੱਚ ਸਨ। ਸਰਕਾਰ ਤੇ ਸਿੱਖਾਂ ਦਾ ਰਾਹ ਵੱਖੋ ਵੱਖਰਾ ਸੀ। ਸਰਕਾਰ ਚਾਹੁੰਦੀ ਸੀ ਸਿੱਖ ਸਮੂਲ ਚੋਂ ਖਤਮ ਕਰ ਦਿੱਤੇ ਜਾਣ ਤੇ ਸਿੰਘਾਂ ਦਾ ਨਿਸ਼ਾਨਾ ਸੀ ਰਾਜ ਕਰੇਗਾ ਖਾਲਸਾ, ਆਕੀ ਰਹੇ ਨਾ ਕੋਈ। ਸੋ ਦੋਹਾਂ ਦੇ ਮਿਲਾਪ ਉੱਤੇ ਬਹੁਤ ਭਰੋਸਾ ਨਹੀਂ ਸੀ ਰੱਖਿਆ ਜਾ ਸਕਦਾ। ਮੀਰ ਮੰਨੂ ਨੇ ਲਾਹੌਰ ਤੇ ਮੁਲਤਾਨ ਵਿੱਚ ਅਮਨ ਕਾਇਮ ਕਰ ਲਿਆ ਸੀ, ਪਰ ਦਿੱਲੀ ਤੇ ਕਾਬਲ ਦਾ ਡਰ ਉਹਦੇ ਦਿਲੋਂ ਨਹੀਂ ਸੀ ਗਿਆ। ਦਿੱਲੀ ਵਿੱਚ ਉਹਦਾ ਵੈਰੀ ਸਫਦਰਜੰਗ ਵਜ਼ੀਰ ਬੈਠਾ ਸੀ ਤੇ ਅਫਗਾਨਿਸਤਾਨ ਵਿੱਚ ਅਹਿਮਦ ਸ਼ਾਹ ਅਬਦਾਲੀ। ਉਹ ਜਾਣਦਾ ਸੀ ਕਿ ਪੰਜਾਬ ਉੱਤੇ ਕਬਜ਼ਾ ਕਰਨ ਦੀ ਭੁੱਖ ਦੋਹਾਂ ਦੇ ਦਿਲਾਂ ਵਿੱਚ ਡਾਢੀ ਹੈ। ਦੋਹਾਂ ਤਾਕਤਾਂ ਤੋਂ ਆਪਣਾ ਆਪ ਬਚਾ ਕੇ ਰੱਖਣ ਵਾਸਤੇ ਉਹ ਫੌਜੀ ਤਿਆਰੀ ਕਰ ਰਿਹਾ ਸੀ। ਉਹਦੀ ਤਿਆਰੀ ਅਜੇ ਪੂਰੀ ਨਹੀਂ ਸੀ ਹੋਈ ਜਾਂ ਅਬਦਾਲੀ ਦੇ ਹਮਲੇ ਦੀਆਂ ਅਫਵਾਹਾਂ ਉੱਡਣ ਲੱਗ ਪਈਆਂ। ਅਕਤੂਬਰ 1751 ਈਸਵੀ ਵਿੱਚ ਅਬਦਾਲੀ ਦਾ ਦੂਤ ਹਾਰੂਨ ਖਾਂ ਲਾਹੌਰ ਆਇਆ ਤੇ ਮੀਰ ਮੰਨੂ ਤੋਂ 4 ਮੁਹਾਲ ਦਾ 24 ਲੱਖ ਮਾਮਲਾ ਮੰਗਿਆ। ਮੰਨੂ ਨੇ ਮਜਬੂਰੀ ਪ੍ਰਗਟ ਕੀਤੀ ਕਿ ਬਦਅਮਨੀ ਦੇ ਕਾਰਨ ਮਾਮਲਾ ਇਕੱਠਾ ਨਹੀਂ ਹੋ ਸਕਿਆ ਤੇ ਜਿਹੜਾ ਇਕੱਠਾ ਹੋਇਆ ਵੀ ਸੀ ਉਹ ਨਾਸਰ ਖਾਂ ਲੈ ਕੇ ਨੱਸ ਗਿਆ ਹੈ, ਸੋ ਸਹਿਜ ਸਹਿਜ ਮਾਮਲਾ ਤਾਰ ਦਿਆਂਗਾ। ਇੰਨੇ ਨੂੰ ਨਵੰਬਰ ਵਿੱਚ ਖਬਰ ਮਿਲੀ ਕਿ ਅਬਦਾਲੀ ਆਪ ਪਿਸ਼ਾਵਰ ਆ ਰਿਹਾ ਹੈ ਤੇ ਉਹਦੇ ਜਰਨੈਲ ਜਹਾਨ ਖਾਂ ਤੇ ਅਬਦ ਸਮਦ ਖਾਂ ਫੌਜ ਲੈ ਕੇ ਰੋਹਤਾਸ ਤੱਕ ਅੱਪੜ ਪਏ ਹਨ। ਇਹ ਖਬਰ ਨੇ ਮੀਰ ਮੰਨੂ ਨੂੰ ਬੜਾ ਘਬਰਾ ਦਿੱਤਾ। ਉਹਨੇ ਕੌੜਾ ਮੱਲ ਨੂੰ ਮੁਲਤਾਨੋਂ ਤੇ ਅਦੀਨਾ ਬੇਗ ਨੂੰ ਜਲੰਧਰੋਂ ਸਣੇ ਫੌਜ ਮੰਗਾ ਲਿਆ। ਨਾਲ ਹੀ ਮੰਨੂ ਨੇ ਅਬਦਾਲੀ ਦੇ ਦੂਤ ਹਾਰੂਨ ਖਾਂ ਨੂੰ 9 ਲੱਖ ਰੁਪਇਆ ਦੇ ਦਿੱਤਾ ਤੇ ਬਾਕੀ ਵਾਸਤੇ ਬੇਨਤੀ ਕੀਤੀ ਕਿ ਜੇ ਅਬਦਾਲੀ ਉੱਥੋਂ ਹੀ ਪਿਛਾਂਹ ਮੁੜ ਜਾਵੇ ਤਾਂ ਬਾਕੀ ਦਾ ਮਾਮਲਾ ਇਕੱਠਾ ਕਰਕੇ ਭੇਜ ਦਿਆਂਗਾ। ਹਾਰੂਨ ਖਾਂ ਨੇ ਉਹ ਰੁਪਏ ਤੇ ਮੰਨੂ ਦੀ ਚਿੱਠੀ ਅਬਦਾਲੀ ਨੂੰ ਭੇਜ ਦਿੱਤੀ। ਅਬਦਾਲੀ ਨੇ 9 ਲੱਖ ਰੁਪਏ ਵੀ ਲੈ ਲਏ ਤੇ ਫਿਰ ਵੀ ਅੱਗੇ ਵਾਧਾ ਆਇਆ। ਅਸਲ ਵਿੱਚ ਇਸ ਵਾਰ ਉਹ 4 ਮੁਹਾਲ ਦਾ ਮਾਮਲਾ ਲੈਣ ਵਾਸਤੇ ਨਹੀਂ, ਲਾਹੌਰ ਲੈਣ ਵਾਸਤੇ ਆਇਆ ਸੀ। ਇਸ ਵਾਰ ਉਸ ਕੋਲ 50,000 ਤੋਂ ਵੱਧ ਫੌਜ ਸੀ। 13 ਦਸੰਬਰ ਨੂੰ ਪਤਾ ਲੱਗਾ ਕਿ ਅਬਦਾਲੀ ਏਮਨਾਬਾਦ ਆ ਪਹੁੰਚਾ ਹੈ। ਹੁਣ ਲਾਹੌਰ ਦੇ ਅਮੀਰ ਆਦਮੀ ਲੱਗੇ ਸ਼ਹਿਰ ਛੱਡ ਕੇ ਪਹਾੜਾਂ ਨੂੰ ਨੱਸਣ। ਪਰਜਾ ਦੀ ਕੀ ਗੱਲ, ਮੀਰ ਮੰਨੂ ਨੇ ਵੀ ਆਪਣੀਆਂ ਬੇਗਮਾਂ ਤੇ ਬੱਚੇ ਜੰਮੂ ਭੇਜ ਦਿੱਤੇ। ਮੀਰ ਮੰਨੂ ਨੇ ਕੌੜਾ ਮੱਲ ਦਾ ਡੇਰਾ ਰਾਵੀਓਂ ਪਾਰ ਸ਼ਾਦਰੇ ਕਰਾਇਆ ਤੇ ਆਪ ਇਹ ਸੋਚ ਕੇ ਕਿ ਅਬਦਾਲੀ ਚੜ੍ਹਦੇ ਪਾਸਿਓਂ ਨਾ ਰਾਵੀ ਟੱਪ ਪਏ, 50,000 ਫੌਜ ਲੈ ਕੇ ਸ਼ਾਹ ਦੌਲੇ ਦੇ ਪੱਤਣ ਤੇ ਜਾ ਬੈਠਾ। ਅਬਦਾਲੀ ਨੇ ਵੀ ਮੀਰ ਮੰਨੂ ਦੇ ਸਾਹਮਣੇ ਆ ਡੇਰਾ ਲਾਇਆ। ਅਬਦਾਲੀ ਨੇ ਡੇਰਾ ਉੱਥੇ ਹੀ ਰਹਿਣ ਦਿੱਤਾ ਤੇ ਆਪ ਫੌਜ ਲੈ ਕੇ ਰਾਤੋਂ ਰਾਤ ਦੂਰੋਂ ਚੱਕਰ ਕੱਟ ਕੇ ਲਾਹੌਰੋਂ ਹੇਠਲੇ ਪਾਸਿਓਂ ਗਾਜ਼ੀਪੁਰ ਦੇ ਪੱਤਣ ਤੋਂ ਰਾਵੀ ਟੱਪ ਕੇ ਨਿਆਜ਼ ਬੇਗ ਰਾਹੀਂ ਲਾਹੌਰ ਸ਼ਾਹ ਬਿਲਾਵਲ ਕੋਲ ਆਪ ਮੋਰਚੇ ਮੱਲੇ। ਉਸ ਦਾ ਪ੍ਰਸਿੱਧ ਜਰਨੈਲ ਜਹਾਨ ਖਾਂ ਵੀ ਉਹਦੇ ਨਾਲ ਸੀ। ਮੀਰ ਮੰਨੂ ਨੂੰ ਪਤਾ ਲੱਗਾ ਤਾਂ ਉਹ ਵੀ ਛੇਤੀ ਛੇਤੀ ਲਾਹੌਰ ਨੂੰ ਭੱਜਾ। ਹੁਣ ਸ਼ਹਿਰ ਵਾਲੇ ਪਾਸੇ ਮੀਰ ਮੰਨੂ ਦੇ ਟਾਕਰੇ ਉੱਤੇ, ਦੂਜੇ ਪਾਸੇ ਅਬਦਾਲੀ, ਦੋਵੇਂ ਤਰ੍ਹਾਂ ਮੋਰਚਿਆਂ ਵਿੱਚ ਹੋ ਬੈਠੇ।
ਅਬਦਾਲੀ ਕੋਲ ਤੋਪਾਂ ਨਹੀਂ ਸਨ ਤੇ ਮੀਰ ਮੰਨੂ ਦਿੱਲੀ ਵੱਲੋਂ ਇਮਦਾਦੀ ਫੌਜ ਨੂੰ ਉਡੀਕ ਰਿਹਾ ਸੀ। ਸੋ ਦੋਹਾਂ ਵਿੱਚੋਂ ਕੋਈ ਵੀ ਅੱਗੇ ਵੱਧ ਕੇ ਹਮਲਾ ਨਹੀਂ ਸੀ ਕਰਦਾ। ਮੀਰ ਮੰਨੂ ਨੇ ਦਿੱਲੀ ਨੂੰ ਕਈ ਚਿੱਠੀਆਂ ਮਦਦ ਵਾਸਤੇ ਲਿਖੀਆਂ, ਪਰ ਉੱਥੋਂ ਮਦਦ ਨਾ ਆਉਣੀ ਸੀ ਤੇ ਨਾ ਆਈ। ਇਸ ਲੜਾਈ ਵਿੱਚ ਮੀਰ ਮੰਨੂ ਨੇ ਕੌੜਾ ਮੱਲ ਰਾਹੀਂ ਸਿੰਘਾਂ ਤੋਂ ਮਦਦ ਮੰਗੀ ਤੇ ਇਸ ਸਹਾਇਤਾ ਬਦਲੇ ਪਹਾੜ ਦਾ ਆਕੀ ਇਲਾਕਾ ਸਿੰਘਾਂ ਨੂੰ ਦੇਣਾ ਮੰਨਿਆ। ਸਿੰਘ ਅੰਮ੍ਰਿਤਸਰੋਂ ਮਦਦ ਵਾਸਤੇ ਜਾ ਰਹੇ ਸਨ ਜਾਂ ਰਾਹ ਵਿੱਚ ਇੱਕ ਦੁਰਘਟਨਾ ਹੋ ਗਈ। ਰਾਮਗੜੀਆ ਮਿਸਲ ਦੇ ਸਰਦਾਰ ਖੁਸ਼ਹਾਲ ਸਿੰਘ ਕੱਕੜ ਨੂੰ ਸਰਦਾਰ ਹਰੀ ਸਿੰਘ ਭੰਗੀ ਨੇ ਕਤਲ ਕਰ ਦਿੱਤਾ। ਬਾਕੀ ਦੇ ਸਰਦਾਰ ਇਸ ਗੱਲੋਂ ਨਾਰਾਜ਼ ਹੋ ਕੇ ਭੰਗੀਆਂ ਦਾ ਡੇਰਾ ਲੁੱਟਣ ਜਾ ਪਏ ਤਾਂ 10,000 ਫੌਜ ਸਣੇ ਭੰਗੀ ਸਰਦਾਰ ਪਿੱਛੇ ਪਰਤ ਗਏ। ਬਾਕੀ ਦੇ 20,000 ਸ਼ਾਲਾਮਾਰ ਬਾਗ ਜਾ ਬੈਠੇ। ਅਗਲੇ ਦਿਨ ਕੁਛ ਸਿੰਘ ਇੱਥੇ ਰਹੇ ਤੇ ਕੁਛ ਕੌੜਾ ਮੱਲ ਦੀ ਫੌਜ ਵਿੱਚ ਮਿਲਣ ਵਾਸਤੇ ਸ਼ਹਿਰ ਵੱਲ ਚਲੇ ਗਏ। ਜਦ ਉਹ ਦਰਵਾਜ਼ੇ ਕੋਲ ਆਪੜੇ, ਅੱਗੇ ਕੁਛ ਕਸਾਈ ਗਾਂ ਹਲਾਲ ਕਰਦੇ ਉਹਨਾਂ ਦੀ ਨਿਗਾਹ ਪਈ। ਸਿੰਘਾਂ ਤੋਂ ਵੇਖ ਕੇ ਨਾ ਰਿਹਾ ਗਿਆ। ਉਹਨਾਂ ਉਹ ਕਸਾਈ ਕਤਲ ਕਰ ਦਿੱਤੇ। ਇਸ ਗੱਲੋਂ ਸ਼ਹਿਰ ਦੇ ਮੁਸਲਮਾਨ ਭੜਕ ਪਏ ਤੇ ਉਹਨਾਂ ਸਿੰਘਾਂ ਉੱਤੇ ਹਮਲਾ ਕਰ ਦਿੱਤਾ। ਇਸ ਮੁੱਠ ਭੇੜ ਵਿੱਚ ਦੋਹਾਂ ਪਾਸਿਆਂ ਦੇ ਕਈ ਆਦਮੀ ਮਾਰੇ ਗਏ। ਪਤਾ ਨਹੀਂ ਇਹ ਝਗੜਾ ਕਿੱਥੋਂ ਤੱਕ ਵੱਧ ਜਾਂਦਾ, ਪਰ ਕੌੜਾ ਮੱਲ ਨੇ ਵਿੱਚ ਪੈ ਕੇ ਦੋਹਾਂ ਧਿਰਾਂ ਦੀ ਸਮਾਈ ਕਰਾ ਦਿੱਤੀ। ਇਹਨਾਂ ਸਿੰਘਾਂ ਦਾ ਡੇਰਾ ਯੱਕੀ ਦਰਵਾਜ਼ੇ ਅੱਗੇ ਕਰਾਇਆ ਗਿਆ। ਇੱਕ ਦਿਨ ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਕੁਛ ਸਿੰਘਾਂ ਸਣੇ ਰਾਵੀਓਂ ਪਾਰ ਗਿਆ। ਅੱਗੋਂ ਅਬਦਾਲੀ ਦੇ 4 ਦਸਤੇ ਉਹਨਾਂ ਮੁੱਠੀ ਭਰ ਸਿੰਘਾਂ ਉੱਤੇ ਆ ਪਏ। ਸਿੰਘ ਮਸਾਂ ਆਟੇ ਵਿੱਚ ਲੂਣ ਸਨ, ਪਰ ਪਿੱਛੇ ਭੱਜਿਆ ਸਿੱਖੀ ਨੂੰ ਲਾਜ ਲੱਗਦੀ ਸੀ। ਸੋ ਉਹ ਮਰਦਾਂ ਵਾਂਗ ਵੈਰੀ ਦੇ ਸਾਹਮਣੇ ਛਾਤੀਆਂ ਡਾਹ ਖਲੋਤੇ। ਸਰਦਾਰ ਸੁੱਖਾ ਸਿੰਘ ਮਾੜੀ ਕੰਬੋਕੀ ਵਾਲਾ ਇੱਥੇ ਲੜ ਕੇ ਸ਼ਹੀਦ ਹੋਇਆ। ਜਿਹੜੇ ਸਿੰਘ ਅਜੇ ਪਿੱਛੇ ਝੱਲ ਵਿੱਚ ਦੂਰ ਸਨ ਉਹ ਬਚ ਗਏ। ਉਹ ਵਾਪਸ ਆਪਣੇ ਡੇਰੇ ਨੂੰ ਮੁੜੇ ਤਾਂ ਲਾਹੌਰ ਦੀ ਮੁਸਲਮਾਨ ਫੌਜ ਨੇ ਉਹਨਾਂ ਉੱਤੇ ਤੋਪਾਂ ਦੇ ਗੋਲੇ ਵਰਾਉਣੇ ਸ਼ੁਰੂ ਕਰ ਦਿੱਤੇ। ਕਈ ਸਿੰਘ ਇੱਥੇ ਮਾਰੇ ਗਏ। ਖਾਲਸਾ ਫੌਜ ਦਾ ਦਿਲ ਇਹਨਾਂ ਘਟਨਾਵਾਂ ਤੋਂ ਖੱਟਾ ਹੋ ਗਿਆ ਤੇ ਉਹ ਮੀਰ ਮੰਨੂ ਦਾ ਸਾਥ ਛੱਡ ਕੇ ਚਲੇ ਗਏ। ਅਸਲ ਵਿੱਚ ਇਸ ਲੜਾਈ ਸਮੇਂ ਮੀਰ ਮੰਨੂ ਦਾ ਘਰ ਪਾਟਾ ਹੋਇਆ ਸੀ। ਅਦੀਨਾ ਬੇਗ ਤੇ ਉਹਦੇ ਖਿਆਲਾਂ ਦੇ ਹੋਰ ਕਈ ਮੁਸਲਮਾਨ ਅਫਸਰ ਕੌੜਾ ਮੱਲ ਦੀ ਇੰਨੀ ਇੱਜ਼ਤ ਵੇਖ ਕੇ ਸੜਦੇ ਸਨ ਤੇ ਉਹ ਇਹ ਵੀ ਜਾਣਦੇ ਸਨ ਕਿ ਕੌੜਾ ਮੱਲ ਦੀ ਤਾਕਤ ਸਿੱਖਾਂ ਦੇ ਮਾਣ ਤੇ ਹੈ। ਉਹ ਸਹਿ ਨਹੀਂ ਸਨ ਸਕਦੇ ਕਿ ਮੁਸਲਮਾਨ ਦੇ ਰਾਜ ਵਿੱਚ ਇੱਕ ਹਿੰਦੂ ਦੀ ਇੰਨੀ ਇੱਜ਼ਤ ਹੋਵੇ। ਸੋ ਪਹਿਲਾਂ ਤਾਂ ਉਹਨਾਂ ਕਈ ਵਧੀਕੀਆਂ ਕਰਕੇ ਸਿੱਖ ਰੁਸਾ ਕੇ ਘੱਲ ਦਿੱਤੇ, ਜਿਸ ਨਾਲ ਕੌੜਾ ਮੱਲ ਦੀ ਤਾਕਤ ਕਮਜ਼ੋਰ ਹੋ ਗਈ ਤੇ ਫਿਰ ਉਹ ਕੌੜਾ ਮੱਲ ਨੂੰ ਬਿਲੇ ਲਾਉਣ ਦੀ ਸੋਚਣ ਲੱਗ ਪਏ। ਲੜਾਈ ਲੰਮੀ ਹੋ ਗਈ। ਦੋਹੀਂ ਪਾਸੀਂ ਮਾਮੂਲੀ ਝੜਪਾਂ ਹੁੰਦੀਆਂ, ਪਰ ਨਿਬੇੜਾ ਕਰਨ ਵਾਲੀ ਲੜਾਈ ਨਾ ਹੁੰਦੀ। ਕੋਈ ਵੀ ਆਪਣੇ ਮੋਰਚਿਆਂ ਤੋਂ ਬਾਹਰ ਨਿਕਲਣ ਵਾਸਤੇ ਤਿਆਰ ਨਹੀਂ ਸੀ। ਅਬਦਾਲੀ ਦੀਆਂ ਫੌਜਾਂ ਨੇ ਇਲਾਕਾ ਉਜਾੜਨਾ ਸ਼ੁਰੂ ਕਰ ਦਿੱਤਾ ਤੇ 50-50 ਮੀਲ ਉਦਾਲੇ ਬਿਲਕੁਲ ਤਬਾਹ ਕਰ ਦਿੱਤਾ। ਪਿੰਡ ਥੇ ਹੋ ਗਏ ਤੇ ਫਸਲਾਂ ਉਜੜ ਗਈਆਂ। ਇੱਥੋਂ ਤੱਕ ਕਿ 50 ਮੀਲ ਤੱਕ ਰਾਤ ਨੂੰ ਦੀਵਾ ਬਲਦਾ ਨਜ਼ਰ ਨਾ ਆਉਂਦਾ। ਅਖੀਰ 6 ਮਾਰਚ 1752 ਈਸਵੀ ਨੂੰ ਮੀਰ ਮੰਨੂ ਆਪਣੇ ਮੋਰਚਿਆਂ ਚੋਂ ਬਾਹਰ ਨਿਕਲਿਆ। ਉਹਨੇ ਵੈਰੀ ਉੱਤੇ ਬੜਾ ਕਹਿਰੀ ਹੱਲਾ ਕੀਤਾ। ਉਹਦੇ ਵੱਡੇ ਜਰਨੈਲਾਂ ਵਿੱਚੋਂ ਕੌੜਾ ਮੱਲ ਸੀ ਜੋ ਦਿਲ ਡਾਹ ਕੇ ਲੜਿਆ, ਪਰ ਐਨ ਰਣ ਤੱਤੇ ਵਿੱਚ ਅਦੀਨਾ ਬੇਗ ਨੇ ਗਦਾਰੀ ਕੀਤੀ ਤੇ ਇੱਕ ਕਸੂਰੀ ਪਠਾਨ ਕੋਲੋਂ ਕੌੜਾ ਮੱਲ ਨੂੰ ਗੋਲੀ ਮਰਵਾ ਦਿੱਤੀ। ਕੌੜਾ ਮੱਲ ਦਾ ਹਾਥੀ ਕਬਰ ਵਿੱਚ ਪੈਰ ਪੈਣ ਕਰਕੇ ਡਿੱਗ ਪਿਆ ਸੀ।
ਉਹ ਹਾਥੀ ਬਦਲਣ ਲੱਗਾ ਸੀ ਜਾਂ ਗੋਲੀ ਉਸਦੇ ਮੱਥੇ ਵਿੱਚ ਆ ਵੱਜੀ, ਜਿਸ ਨਾਲ ਉਹ ਉਸੇ ਵੇਲੇ ਪ੍ਰਾਣ ਦੇ ਗਿਆ। ਅਦੀਨਾ ਬੇਗ ਦੀ ਇਸ ਭੈੜੀ ਕਰਤੂਤ ਨਾਲ ਬਹਾਦਰ ਮਹਾਰਾਜਾ ਕੌੜਾ ਮੱਲ ਦੀ ਜਾਨ ਗਈ ਤੇ ਮੀਰ ਮੰਨੂ ਦੀ ਹਾਰ ਹੋਈ। ਕੌੜਾ ਮੱਲ ਦੇ ਮਰਨ ਨਾਲ ਉਹ ਮੋਰਚਾ ਟੁੱਟ ਗਿਆ ਤੇ ਫਿਰ ਸਹਿਜ ਸਹਿਜ ਸਾਰੇ ਮੈਦਾਨ ਵਿੱਚੋਂ ਮੀਰ ਮੰਨੂ ਦੀ ਫੌਜ ਨੱਠ ਉੱਠੀ। ਮੁੱਕਦੀ ਗੱਲ, ਮੰਨੂ ਅਬਦਾਲੀ ਸਾਹਮਣੇ ਪੂਰੀ ਤਰ੍ਹਾਂ ਹਾਰ ਗਿਆ। ਅਗਲੇ ਦਿਨ ਹਾਰਿਆ ਹੋਇਆ ਮੀਰ ਮੰਨੂ ਅਬਦਾਲੀ ਦੇ ਸਾਹਮਣੇ ਪੇਸ਼ ਹੋਇਆ ਤੇ ਉਹਦੇ ਅੱਗੇ ਨਜ਼ਰਾਨੇ ਰੱਖੇ। ਅਬਦਾਲੀ ਨੇ ਪੁੱਛਿਆ, ਤੂੰ ਪਹਿਲਾਂ ਹੀ ਮੇਰੀ ਈਨ ਕਿਉਂ ਨਾ ਮੰਨ ਲਈ? ਮੰਨੂ ਨੇ ਨਮਰਤਾ ਨਾਲ ਉੱਤਰ ਦਿੱਤਾ, ਉਦੋਂ ਮੇਰਾ ਇੱਕ ਮਾਲਕ ਹੋਰ ਸੀ। ਅਬਦਾਲੀ, ਤੇਰਾ ਮਾਲਕ ਫਿਰ ਤੇਰੀ ਮਦਦ ਵਾਸਤੇ ਕਿਉਂ ਨਾ ਆਇਆ? ਮੰਨੂ, ਉਹ ਸਮਝਦਾ ਸੀ ਕਿ ਉਹਦਾ ਨੌਕਰ ਆਪਣੀ ਰੱਖਿਆ ਆਪ ਕਰ ਸਕਦਾ ਹੈ। ਅਬਦਾਲੀ, ਜੇ ਤੂੰ ਮੈਨੂੰ ਫੜ ਲੈਂਦੋ ਤਾਂ ਕੀ ਕਰ ਦੂੰ? ਮੰਨੂ, ਮੈਂ ਤੇਰਾ ਸਿਰ ਵੱਢ ਲੈਂਦਾ ਤੇ ਆਪਣੇ ਬਾਦਸ਼ਾਹ ਕੋਲ ਦਿੱਲੀ ਭੇਜ ਦਿੰਦਾ। ਅਬਦਾਲੀ, ਹੁਣ ਤੂੰ ਮੇਰੇ ਕਾਬੂ ਹੈ, ਦੱਸ ਹੁਣ ਮੈਂ ਤੇਰੇ ਨਾਲ ਕੀ ਵਰਤਾਓ ਕਰਾਂ? ਮੰਨੂ, ਜੇ ਤੂੰ ਸੌਦਾਗਰ ਹੈ ਤਾਂ ਮੈਨੂੰ ਨਜ਼ਰਾਨੇ ਬਦਲੇ ਵੇਚ ਦੇ, ਜੇ ਕਸਾਈ ਹੈ ਤਾਂ ਮੈਨੂੰ ਕਤਲ ਕਰ ਦੇ, ਜੇ ਤੂੰ ਬਾਦਸ਼ਾਹ ਹੈ ਤਾਂ ਮੈਨੂੰ ਮਾਫ ਕਰ ਦੇ ਤੇ ਆਪਣੇ ਆਸਰੇ ਵਿੱਚ ਲੈ ਲੈ। ਇਹ ਦਲੇਰਾਨਾ ਉੱਤਰ ਸੁਣ ਕੇ ਅਬਦਾਲੀ ਬੜਾ ਖੁਸ਼ ਹੋਇਆ ਤੇ ਮੀਰ ਮੰਨੂ ਨੂੰ ਹੀ ਆਪਣੇ ਵੱਲੋਂ ਲਾਹੌਰ ਦਾ ਸੂਬੇਦਾਰ ਰਹਿਣ ਦਿੱਤਾ। ਮੀਰ ਮੰਨੂ ਨੇ ਸੂਬਾ ਮੁਲਤਾਨ ਤੇ ਲਾਹੌਰ ਬਦਲੇ ਅਬਦਾਲੀ ਨੂੰ 50 ਲੱਖ ਸਾਲਾਨਾ ਖਰਾਜ ਦੇਣਾ ਮੰਨਿਆ। ਸ਼ਹਿਰ ਵਿੱਚੋਂ ਉਗਰਾਹੀ ਕਰਕੇ ਉਸੇ ਵੇਲੇ 50 ਲੱਖ ਨਗਦ, 11 ਘੋੜੇ ਤੇ 2 ਹਾਥੀ ਅਬਦਾਲੀ ਦੀ ਭੇਟਾ ਕੀਤੇ। ਅਬਦਾਲੀ ਨੇ ਇੱਕ ਅਹਿਦਨਾਮੇ ਰਾਹੀਂ ਸੂਬਾ ਮੁਲਤਾਨ ਤੇ ਲਾਹੌਰ ਆਪਣੇ ਰਾਜ ਨਾਲ ਮਿਲਾ ਲਏ। ਕਲੰਦਰ ਬੇਗ ਦੇ ਹੱਥ ਉਹ ਅਹਿਦਨਾਮਾ ਬਾਦਸ਼ਾਹ ਦੀ ਸਹੀ ਪਵਾਉਣ ਵਾਸਤੇ ਦਿੱਲੀ ਭੇਜਿਆ। 23 ਅਪ੍ਰੈਲ ਨੂੰ ਬਾਦਸ਼ਾਹ ਦਿੱਲੀ ਦੇ ਅਹਿਦਨਾਮਾ ਪ੍ਰਵਾਨ ਕਰ ਲਿਆ ਤੇ ਸੂਬਾ ਮੁਲਤਾਨ ਤੇ ਲਾਹੌਰ ਉੱਤੇ ਅਹਿਮਦ ਸ਼ਾਹ ਅਬਦਾਲੀ ਦਾ ਹੱਕ ਮੰਨ ਲਿਆ। ਇਸ ਦਿਨ ਤੋਂ ਇਹ ਦੋਵੇਂ ਸੂਬੇ ਦਿੱਲੀ ਨਾਲੋਂ ਟੁੱਟ ਕੇ ਅਫਗਾਨਿਸਤਾਨ ਦੇ ਰਾਜ ਨਾਲ ਗੰਢੇ ਗਏ ਤੇ ਮੀਰ ਮੰਨੂ ਦੋਹਾਂ ਦਾ ਸੂਬੇਦਾਰ ਬਣਿਆ। ਅਹਿਮਦ ਸ਼ਾਹ ਅਬਦਾਲੀ ਦਾ ਜਨਮ ਮੁਲਤਾਨ ਹੋਇਆ ਸੀ, ਇਸ ਵਾਸਤੇ ਉਹਨੂੰ ਮੁਲਤਾਨ ਨਾਲ ਖਾਸ ਲਗਾਓ ਸੀ। ਲਾਹੌਰ ਮੁਲਤਾਨ ਆਪਣੇ ਰਾਜ ਨਾਲ ਮਿਲਾ ਕੇ ਉਹਨੇ ਆਪਣੇ ਨਸਲ ਦੇ ਬਹੁਤ ਸਾਰੇ ਸਦੋਜ਼ਾਈ ਪਠਾਨ ਜ਼ਮੀਨ ਦੇ ਕੇ ਮੁਲਤਾਨ ਵਿੱਚ ਵਸਾ ਦਿੱਤੇ। ਇਸੇ ਸਮੇਂ ਅਬਦਾਲੀ ਨੇ ਆਪਣੇ ਜਰਨੈਲ ਅਬਦੁੱਲਾ ਖਾਂ ਨੂੰ ਭੇਜ ਕੇ ਕਸ਼ਮੀਰ ਫਤਿਹ ਕਰ ਲਿਆ ਤੇ ਆਪਣੇ ਰਾਜ ਨਾਲ ਮਿਲਾ ਕੇ ਉੱਥੋਂ ਦਾ ਸੂਬੇਦਾਰ ਦੀਵਾਨ ਸੁਖਜੀਵਨ ਮੱਲ ਨੂੰ ਬਣਾਇਆ। ਨਵੇਂ ਮੱਲੇ ਤਿੰਨਾਂ ਸੂਬਿਆਂ ਦਾ ਪ੍ਰਬੰਧ ਕਰਕੇ ਅਬਦਾਲੀ ਲਾਹੌਰੋਂ ਹੀ ਵਾਪਸ ਕੰਧਾਰ ਨੂੰ ਮੁੜ ਪਿਆ। ਮੀਰ ਮੰਨੂ ਅਹਿਮਦ ਸ਼ਾਹ ਅਬਦਾਲੀ ਵੱਲੋਂ ਲਾਹੌਰ ਤੇ ਮੁਲਤਾਨ ਦਾ ਹਾਕਮ ਬਣ ਗਿਆ। ਸਰਕਾਰ ਦਿੱਲੀ ਤੇ ਅਫਗਾਨਿਸਤਾਨ ਦੇ ਝਮੇਲਿਆਂ ਵੱਲੋਂ ਉਹ ਬੇਫਿਕਰ ਹੋ ਗਿਆ, ਕਿਉਂਕਿ ਪਹਿਲੀ ਸਰਕਾਰ ਨਾਲੋਂ ਉਹਦਾ ਵਾਸਤਾ ਟੁੱਟ ਗਿਆ ਤੇ ਦੂਜੀ ਦੀ ਉਹਨੇ ਈਨ ਮੰਨ ਲਈ। ਹੁਣ ਉਹਨੂੰ ਫਿਕਰ ਰਹਿ ਗਿਆ ਸੀ ਤਾਂ ਦੇਸ਼ ਦੇ ਅੰਦਰੂਨੀ ਅਮਨ ਦਾ। ਉਹ ਆਪਣੇ ਇਰਾਦੇ ਅਨੁਸਾਰ ਇਸ ਕੰਮ ਤੇ ਲੱਕ ਬੰਨ੍ਹ ਕੇ ਲੱਗ ਗਿਆ। ਮੰਨੂ ਤੇ ਸਿੱਖਾਂ ਦੇ ਮਿਲਾਪ ਦਾ ਵਸੀਲਾ ਕੇਵਲ ਕੌੜਾ ਮੱਲ ਹੀ ਸੀ। ਉਹ ਸੁਰਗਵਾਸ ਹੋ ਚੁੱਕਾ ਸੀ। ਹੁਣ ਤਾਂ ਮੰਨੂ ਦੇ ਦਰਬਾਰ ਵਿੱਚ ਉਹਨਾਂ ਲੋਕਾਂ ਦਾ ਬੋਲਬਾਲਾ ਸੀ ਜੋ ਸਿੱਖਾਂ ਨੂੰ ਕਾਫਰ ਸਮਝ ਕੇ ਸਮੂਲਚੋਂ ਖਤਮ ਕਰਨਾ ਚਾਹੁੰਦੇ ਸਨ। ਮੰਨੂ ਆਪ ਵੀ ਤਵੱਸਬੀ ਸੁਭਾਅ ਦਾ ਸੀ। ਇੱਕ ਕਮਲੀ, ਦੂਜੀ ਪੈ ਗਈ ਮੜੀਆਂ ਦੇ ਰਾਹ, ਫਿਰ ਸੁੱਖ ਕਿਵੇਂ ਰਹੇ। ਮੁਲਾਣਿਆਂ ਤੇ ਫੌਜਦਾਰਾਂ ਨੇ ਮੰਨੂ ਨੂੰ ਬਹੁਤ ਭੜਕਾਇਆ
ਤੇ ਅਬਦਾਲੀ ਸਾਹਮਣੇ ਹਾਰ ਜਾਣ ਦਾ ਕਾਰਨ ਵੀ ਉਹਨਾਂ ਨੇ ਸਿੱਖਾਂ ਨੂੰ ਹੀ ਠਹਿਰਾਇਆ। ਉਹ ਕਹਿੰਦੇ ਕਿ ਜੇ ਸਿੱਖ ਦਿਲ ਡਾਹ ਕੇ ਲੜਦੇ ਤੇ ਲੜਾਈ ਦੇ ਅੱਧ ਵਾਟਿਓਂ ਹੀ ਸਾਡਾ ਸਾਥ ਛੱਡ ਕੇ ਨਾ ਚਲੇ ਜਾਂਦੇ ਤਾਂ ਅਸੀਂ ਜ਼ਰੂਰ ਜਿੱਤ ਜਾਂਦੇ। ਮੰਨੂ ਨੇ ਇਹਨਾਂ ਗੱਲਾਂ ਨੂੰ ਦਿਲ ਵਿੱਚ ਵਸਾ ਲਿਆ ਤੇ ਆਪਣੇ ਰਾਜ ਵਿੱਚ ਅਮਨ ਦਾ ਨਿਰਭਰ ਉਹਨੇ ਸਿੱਖਾਂ ਦੀ ਤਬਾਹੀ ਤੇ ਹੀ ਮਿਥ ਲਿਆ। ਉਸਨੇ ਸਿੱਖਾਂ ਦੀ ਜਾਗੀਰ ਜ਼ਬਤ ਕਰ ਲਈ ਤੇ ਹਰ ਕੇਸਾਧਾਰੀ ਦੇ ਕਤਲ ਦਾ ਹੁਕਮ ਦੇ ਦਿੱਤਾ। ਸਿੱਖਾਂ ਨੇ ਇਲਾਕੇ ਵਿੱਚ ਲੁੱਟਮਾਰ ਕਰਨੀ ਆਰੰਭ ਦਿੱਤੀ। ਸਾਰੇ ਦੇਸ਼ ਵਿੱਚ ਫਿਰ ਰੌਲਾ ਪੈ ਗਿਆ। ਪੁਰਾਣੇ ਸਾਰੇ ਸੂਬੇਦਾਰਾਂ ਨਾਲੋਂ ਮੀਰ ਮੰਨੂ ਬਲਵਾਨ ਤੇ ਸਖਤ ਸੁਭਾਅ ਦਾ ਸੀ। ਉਹਨੇ ਸਿੱਖਾਂ ਦੀ ਤਬਾਹੀ ਦੀ ਸਹੁੰ ਖਾ ਲਈ। ਸਿੱਖਾਂ ਦੇ ਕਤਲ ਦਾ ਹੁਕਮ ਦੇ ਕੇ ਉਹਨੇ ਸਾਰੇ ਇਲਾਕੇ ਵਿੱਚ ਗਸ਼ਤੀ ਫੌਜ ਚੜ੍ਹਾ ਦਿੱਤੀ, ਜਿਸ ਦੇ ਅਫਸਰ ਮੋਮਨ ਖਾਂ, ਸੈਯਦ ਜਮੀਲੂਦੀਨ, ਬਖਸ਼ੀ ਗਾਜ਼ੀ ਬੇਗ, ਖਵਾਜਾ ਮਿਰਜ਼ਾ ਆਦਿ ਥਾਪੇ ਗਏ। ਨਾਲ ਹੀ ਸਿੱਖ ਦਾ ਸਿਰ ਪੇਸ਼ ਕਰਨ ਵਾਲੇ ਨੂੰ 10,000 ਰੁਪਏ ਇਨਾਮ ਦੇਣ ਦਾ ਐਲਾਨ ਕੀਤਾ। ਉਸਨੇ ਆਪਣੇ ਇਲਾਕੇ ਦੇ ਚੌਧਰੀਆਂ ਤੇ ਪਹਾੜੀ ਰਾਜਿਆਂ ਨੂੰ ਵੀ ਬੜੇ ਸਖਤ ਹੁਕਮ ਭੇਜੇ ਕਿ ਜਿੱਥੇ ਕੋਈ ਸਿੱਖ ਜਾਂ ਸਿੱਖਾਂ ਦੇ ਬੱਚੇ ਤੇ ਇਸਤਰੀਆਂ ਮਿਲਣ, ਫੜ ਕੇ ਲਾਹੌਰ ਪਹੁੰਚਾ ਦਿੱਤੇ ਜਾਣ। ਇਸ ਹੁਕਮ ਦੀ ਪਾਲਣਾ ਬੜੇ ਜ਼ੋਰ ਨਾਲ ਹੋਈ। ਸੈਂਕੜੇ ਸਿੰਘ ਫੜੇ ਹੋਏ ਰੋਜ਼ ਲਾਹੌਰ ਆਉਂਦੇ ਤੇ ਨਖਾਸ ਚੌਂਕ ਵਿੱਚ ਤਰ੍ਹਾਂ ਤਰ੍ਹਾਂ ਦੇ ਤਸੀਹੇ ਦੇ ਕੇ ਕਤਲ ਕੀਤੇ ਜਾਂਦੇ। ਇੱਕ ਵਾਰ ਉੱਥੇ ਸਿੱਖਾਂ ਦੇ ਸਿਰ ਇੰਨੇ ਇਕੱਠੇ ਹੋ ਗਏ ਕਿ ਉਹਨਾਂ ਦੇ ਮੁਨਾਰੇ ਉਸਾਰੇ ਗਏ, ਖੂਹ ਭਰੇ ਗਏ ਤੇ ਨੀਹਾਂ ਥੱਲੇ ਦੱਬ ਕੇ ਉੱਤੇ ਕੰਧਾਂ ਉਸਾਰੀਆਂ ਗਈਆਂ। ਅਦੀਨਾ ਬੇਗ ਦੇ ਭੇਜੇ ਹੋਏ 40-50 ਸਿੰਘ ਮੂੰਗਲੀਆਂ ਨਾਲ ਕੁੱਟ-ਕੁੱਟ ਕੇ ਮਾਰੇ ਗਏ। ਇਨਾਮ ਲੈਣ ਲਈ ਲਾਲਚੀ ਬੰਦੇ ਮਰੇ ਹੋਏ ਸਿੰਘਾਂ ਜਾਂ ਮੁਟਿਆਰ ਬੀਬੀਆਂ ਦੇ ਕੇਸਾਂ ਵਾਲੇ ਸਿਰ ਲਿਆ ਕੇ ਲਾਹੌਰੋਂ ਇਨਾਮ ਲੈਂਦੇ। ਇਹਨਾਂ ਦਿਨਾਂ ਵਿੱਚ ਸਿੰਘਾਂ ਦਾ ਬੜਾ ਨੁਕਸਾਨ ਹੋਇਆ। ਜੰਗੀ ਸਿੰਘ ਕਈ ਥਾਈਂ ਗਸ਼ਤੀ ਫੌਜ ਨਾਲ 2-2 ਹੱਥ ਕਰਦੇ ਤੇ ਜਦ ਵੈਰੀ ਦੀ ਗਿਣਤੀ ਵੱਧ ਜਾਂਦੀ ਝੱਲਾਂ ਵਿੱਚ ਜਾ ਵੜਦੇ। ਮੋਮਨ ਖਾਂ ਜੋਸ਼ ਵਿੱਚ ਆਇਆ। ਸਿੰਘਾਂ ਦੇ ਮਗਰ ਲੱਖੀ ਜੰਗਲ ਦੇ ਅੰਦਰ ਚਲਾ ਗਿਆ। ਸਿੰਘਾਂ ਨੇ ਸ਼ਿਕਾਰ ਹੱਥ ਆਇਆ ਵੇਖ ਕੇ ਚੁਫੇਰਿਓਂ ਹੱਲਾ ਬੋਲ ਦਿੱਤਾ। ਫੌਜ ਦਾ ਬੜਾ ਭਾਰਾ ਨੁਕਸਾਨ ਕਰਾ ਕੇ ਮੋਮਨ ਖਾਂ ਪਿੱਛੇ ਮੁੜਿਆ। ਅਜਿਹੀਆਂ ਘਟਨਾਵਾਂ ਕਈ ਥਾਈਂ ਹੋਈਆਂ। ਇਹਨਾਂ ਦਿਨਾਂ ਵਿੱਚ ਗਸ਼ਤੀ ਫੌਜ ਨੇ ਸੈਂਕੜੇ ਬੱਚੇ ਤੇ ਸਿੰਘਣੀਆਂ ਕੈਦ ਕਰਕੇ ਲਾਹੌਰ ਭੇਜੀਆਂ। ਨਖਾਸ ਚੌਂਕ ਵਿੱਚ ਉਹਨਾਂ ਨੂੰ ਅਨੇਕਾਂ ਅਸਹਿ ਤੇ ਅਕਹਿ ਤਸੀਹੇ ਦਿੱਤੇ ਗਏ। ਉਹਨਾਂ ਸਾਹਮਣੇ ਮੀਰ ਮੰਨੂ ਵੱਲੋਂ ਇੱਕ ਸ਼ਰਤ ਸੀ ਕਿ ਸਿੱਖੀ ਛੱਡੋ ਤੇ ਮੁਸਲਮਾਨ ਹੋਵੋ। ਇਸ ਤੋਂ ਇਨਕਾਰ ਕਰਨ ਉੱਤੇ ਉਹਨਾਂ ਨੂੰ ਸਖਤ ਗਰਮੀ ਵਿੱਚ ਤੰਗ ਭੋਰੇ ਅੰਦਰ ਕੈਦ ਰੱਖਿਆ ਗਿਆ। ਹਰ ਇੱਕ ਸਿੰਘਣੀ ਨੂੰ 20 ਸੇਰ ਪੱਕੇ ਦਾਣੇ ਪੀਣ ਵਾਸਤੇ ਦਿੱਤੇ ਜਾਂਦੇ। ਜੋ ਨਾ ਪੀ ਸਕਦੀ ਉਹਦੀ ਛਾਤੀ ਉੱਤੇ 2 ਮਣ ਪੱਕੇ ਪੱਥਰ ਦਾ ਗੋਲਾ ਰੱਖਿਆ ਜਾਂਦਾ। ਖਾਣ ਵਾਸਤੇ ਹਰ ਇੱਕ ਨੂੰ ਜਵਾਂ ਦੇ ਆਟੇ ਦੀ ਅੱਧੀ ਰੋਟੀ ਤੇ ਇੱਕ ਪਿਆਲਾ ਪਾਣੀ 8 ਪਹਿਰਾਂ ਪਿੱਛੋਂ ਦਿੱਤਾ ਜਾਂਦਾ। ਭੁੱਖੇ ਬਾਲ ਗੋਦੀਆਂ ਵਿੱਚ ਵਿਲਕਦੇ, ਪਰ ਸਿਦਕੀ ਮਾਵਾਂ ਭਾਣਾ ਸਮਝ ਕੇ ਝੱਲ ਰਹੀਆਂ ਸਨ। ਮੀਰ ਮੰਨੂ ਦੇ ਹੁਕਮ ਨਾਲ ਮਾਵਾਂ ਦੀਆਂ ਗੋਦੀਆਂ ਵਿੱਚੋਂ ਦੁੱਧ ਚੁੰਘਦੇ ਬਾਲ ਖੋਹ ਕੇ ਉਹਨਾਂ ਦੀਆਂ ਅੱਖਾਂ ਸਾਹਮਣੇ ਮਾਰੇ ਗਏ। ਜੱਲਾਦ ਬੱਚੇ ਨੂੰ ਉੱਪਰ ਚਲਾ ਕੇ ਹੇਠਾਂ ਨੇਜ਼ਾ ਕਰ ਦਿੰਦੇ ਤੇ ਉਵੇਂ ਬੱਚੇ ਦੀ ਲਹੂ ਭਰੀ ਤੜਫਦੀ ਲੋਥ ਮਾਂ ਦੀ ਗੋਦ ਵਿੱਚ ਧਰ ਦਿੰਦੇ। ਫੇਰ ਵੀ ਉਹ ਸਿਦਕਣਾ ਧਰਮੋਂ ਨਾ ਹਾਰੀਆਂ ਤਾਂ ਬੱਚਿਆਂ ਦੇ ਕਲੇਜੇ ਕੱਢ ਕੇ ਮਾਵਾਂ ਦੇ ਮੂੰਹ ਵਿੱਚ ਦਿੱਤੇ ਗਏ ਤੇ ਲਾਡਲਿਆਂ ਦੀਆਂ ਬੋਟੀਆਂ ਦੇ ਹਾਰ ਪਰੋ ਕੇ ਮਾਵਾਂ ਦੇ ਗਲਾਂ ਵਿੱਚ ਪਾਏ ਗਏ। ਸਦਕੇ ਉਹਨਾਂ ਦੇਵੀਆਂ ਦੇ ਸਿਦਕ ਦੇ ਜਿਨ੍ਹਾਂ ਇੰਨਾ ਕੁਝ ਝੱਲ ਕੇ ਸਿੱਖੀ ਨਿਭਾਈ।
ਦਿਨੋਂ ਦਿਨ ਇਹਨਾਂ ਕੈਦਣਾਂ ਦੀ ਗਿਣਤੀ ਵੱਧਦੀ ਜਾ ਰਹੀ ਸੀ। ਜੰਗੀ ਸਿੱਖ ਤਾਂ ਲੜਦੇ ਭਿੜਦੇ ਮੰਨੂ ਦੇ ਇਲਾਕੇ ਵਿੱਚੋਂ ਦੂਰ ਨਿਕਲ ਗਏ ਸਨ ਤੇ ਹੁਣ ਸਾਰਾ ਜ਼ੋਰ ਉਹਨਾਂ ਦੇ ਪਰਿਵਾਰ ਫੜਨ ਉੱਤੇ ਹੀ ਸੀ, ਜਿਸ ਬਾਬਤ ਇਹ ਸ਼ੱਕ ਪੈ ਜਾਂਦਾ ਕਿ ਉਹ ਸਿੱਖ ਜਾਂ ਸਿੱਖਾਂ ਦਾ ਹਮਾਇਤੀ ਹੈ, ਉਹ ਫੜ ਲਿਆ ਜਾਂਦਾ। ਇੱਕ ਪਿੰਡ ਉੱਤੇ ਗਸ਼ਤੀ ਫੌਜ ਪੈਂਦੀ ਤਾਂ ਉਦਾਲੇ ਦੇ 10 ਪਿੰਡ ਵਿਹਲੇ ਹੋ ਜਾਂਦੇ। ਮਾਵਾਂ ਬੱਚਿਆਂ ਨੂੰ ਲੁਕਾਉਂਦੀਆਂ ਫਿਰਦੀਆਂ। ਸਿੱਖਾਂ ਦੀ ਜਿੰਨੀ ਕਤਲਾਮ ਮੰਨੂ ਦੇ ਅਹਿਦ ਵਿੱਚ ਹੋਈ, ਉਸਨੇ ਪਿਛਲੇ ਸਾਰੇ ਜ਼ੁਲਮ ਮਾਤ ਪਾ ਦਿੱਤੇ। ਉਸ ਸਮੇਂ ਸਿੱਖਾਂ ਵਿੱਚ ਰਵਾਇਤ ਪ੍ਰਚਲਿਤ ਹੋ ਗਈ ਸੀ ਕਿ ਮੰਨੂ ਸਾਡੀ ਦਾਤਰੀ, ਅਸੀਂ ਮੰਨੂ ਦੇ ਸੋਏ, ਜਿਉਂ-ਜਿਉਂ ਸਾਨੂੰ ਵੱਢਦਾ ਅਸੀਂ ਤਿਉਂ-ਤਿਉਂ ਦੂਣੇ ਹੋਏ। ਜਿਸ ਵੇਲੇ ਇਸ ਜ਼ੁਲਮ ਦੀਆਂ ਖਬਰਾਂ ਸਿੰਘਾਂ ਦੇ ਦੂਰ ਗਏ ਜਥਿਆਂ ਨੂੰ ਮਿਲੀਆਂ, ਉਹ ਮਰਨ ਮਾਰਨ ਦੀ ਧਾਰ ਕੇ ਆਪਣੇ ਪਰਿਵਾਰਾਂ ਨੂੰ ਬਚਾਉਣ ਵਾਸਤੇ ਸਰਦੀਆਂ ਵਿੱਚ ਫੇਰ ਪੰਜਾਬ ਨੂੰ ਪਰਤ ਆਏ। ਕਈ ਥਾਵਾਂ ਤੇ ਗਸ਼ਤੀ ਫੌਜ ਨਾਲ ਸਿੰਘਾਂ ਦੀਆਂ ਮੁੱਠ-ਭੇੜਾਂ ਹੋਣ ਲੱਗੀਆਂ। ਇਹ ਖਬਰਾਂ ਸੁਣ ਕੇ ਮੀਰ ਮੰਨੂ ਨੂੰ ਗੁੱਸਾ ਖਾ ਕੇ ਆਪ ਚੜਿਆ। ਉਹਨੇ ਮੁੱਲਾਂਪੁਰ ਕੋਲ ਜਾ ਡੇਰਾ ਲਾਇਆ ਤੇ ਇਲਾਕੇ ਵਿੱਚੋਂ ਬੱਚੇ ਫੜ ਕੇ ਕਤਲ ਕਰਨੇ ਸ਼ੁਰੂ ਕਰ ਦਿੱਤੇ। ਜ਼ੁਲਮ ਵਾਲੀ ਅੱਤ ਹੋ ਗਈ। ਕੁਦਰਤ ਵੀ ਇਸ ਕਹਿਰ ਨੂੰ ਵੇਖ ਕੇ ਕ੍ਰੋਧ ਵਿੱਚ ਆ ਗਈ। 4 ਨਵੰਬਰ 1753 ਈਸਵੀ ਨੂੰ 7 ਮੁਹਰਮ 1167 ਹਿਜਰੀ ਦਾ ਦਿਨ ਚੜ੍ਹਿਆ ਹੀ ਸੀ, ਜਾਂ ਸੂਹੇ ਨੇ ਆ ਕੇ ਖਬਰ ਦਿੱਤੀ ਕਿ ਨਾਲ ਦੇ ਕਮਾਦ ਵਿੱਚ ਸਿੰਘ ਲੁਕੇ ਬੈਠੇ ਹਨ। ਮੰਨੂ ਨੇ ਉਸੇ ਵੇਲੇ ਘੋੜੇ ਤੇ ਚੜ੍ਹ ਕੇ ਆਪਣੀ ਫੌਜ ਨਾਲ ਜਾ ਕੇ ਕਮਾਦ ਨੂੰ ਘੇਰਾ ਪਾ ਲਿਆ। ਚੁਫੇਰਿਓਂ ਕਮਾਦ ਵਿੱਚ ਮੀਂਹ ਵਾਂਗ ਗੋਲੀ ਵਰਨ ਲੱਗੀ। ਅੰਦਰੋਂ ਸਿੰਘਾਂ ਨੇ ਵੀ ਇੱਕੇ ਵਾਰ ਵਾਲੀ ਝਾੜੀ। ਕਮਾਦ ਬੜਾ ਸੰਘਣਾ ਸੀ, ਇਸ ਵਾਸਤੇ ਨਾ ਤਾਂ ਬਾਹਰ ਦੀ ਗੋਲੀ ਦਾ ਅੰਦਰ ਤੇ ਨਾ ਸਿੰਘਾਂ ਦੀ ਗੋਲੀ ਦਾ ਬਾਹਰ ਕੋਈ ਅਸਰ ਹੋਇਆ। ਪਰ ਕਮਾਦ ਦੇ ਖੜਾਕ ਤੋਂ ਘੋੜਾ ਡਰ ਗਿਆ ਤੇ ਮੀਰ ਮੰਨੂ ਕਾਠੀ ਤੋਂ ਥੱਲੇ ਆ ਪਿਆ। ਉਸ ਦਾ ਇੱਕ ਪੈਰ ਰਕਾਬ ਵਿੱਚ ਅੜਿਆ ਰਹਿ ਗਿਆ ਤੇ ਭੱਜੇ ਜਾਂਦੇ ਘੋੜੇ ਦੇ ਮਗਰ ਧੂਈਂਦਾ ਉਹ ਮਰ ਗਿਆ। ਉਸ ਦੀ ਫੌਜ ਦੀ ਕਈ ਮਹੀਨਿਆਂ ਦੀ ਤਨਖਾਹ ਬਾਕੀ ਰਹਿੰਦੀ ਸੀ, ਸੋ ਫੌਜ ਨੇ ਲੋਥ ਤੇ ਕਬਜ਼ਾ ਕਰ ਲਿਆ। ਤੀਜੇ ਦਿਨ ਪਿੱਛੋਂ ਮੀਰ ਮੰਨੂ ਦੀ ਬੇਗਮ ਨੇ ਆਪਣੇ ਗਹਿਣੇ ਵੇਚ ਕੇ 3 ਲੱਖ ਰੁਪਇਆ ਤਨਖਾਹ ਵਜੋਂ ਦਿੱਤਾ ਤਾਂ ਮੰਨੂ ਦੀ ਲੋਥ ਲੈ ਕੇ ਲਾਹੌਰ ਮੀਆਂ ਬਾਜ਼ਾਰ ਖਾਨ ਬਹਾਦਰ ਦੀ ਕਬਰ ਕੋਲ ਦਫਨਾਈ ਗਈ। ਜਿਸ ਵੇਲੇ ਮੰਨੂ ਦੀ ਮਰਨ ਦੀ ਖਬਰ ਸਿੰਘਾਂ ਨੂੰ ਮਿਲੀ, ਉਹਨਾਂ ਦਾ ਇੱਕ ਜਥਾ ਜੋ ਉਸ ਵੇਲੇ ਲਾਹੌਰ ਦੇ ਨੇੜੇ ਫਿਰ ਰਿਹਾ ਸੀ, ਰਾਤ ਧਾਵਾ ਕਰਕੇ ਸ਼ਹੀਦਗੰਜ ਜਾ ਪਿਆ। ਕੈਦਖਾਨੇ ਦੀ ਚੜ੍ਹਦੇ ਪਾਸੇ ਦੀ ਇੱਕ ਕੰਧ ਪਾੜ ਕੇ ਸਭ ਸਿੰਘਣੀਆਂ ਕੈਦ ਵਿੱਚੋਂ ਕੱਢ ਲਈਆਂ ਤੇ ਘਰੋਂ ਘਰੀ ਪਹੁੰਚਾ ਦਿੱਤੀਆਂ। 5ਵਾਂ ਕਾਂਡ। 4 ਨਵੰਬਰ 1753 ਈਸਵੀ ਨੂੰ ਮੀਰ ਮੰਨੂ ਮਾਰਿਆ। ਉਸ ਦੀ ਬੇਗਮ ਮੁਰਾਦ ਬੇਗਮ ਜਾਂ ਮੁਗਲਾਨੀ ਬੇਗਮ ਨੇ ਇਨਾਮ ਦੇ ਕੇ ਫੌਜ ਨੂੰ ਆਪਣੇ ਨਾਲ ਗੰਢ ਲਿਆ ਤੇ ਲਾਹੌਰ ਉੱਤੇ ਕਬਜ਼ਾ ਕਰ ਲਿਆ। ਦਿੱਲੀ ਵਿੱਚ ਬਾਦਸ਼ਾਹ ਨੂੰ ਮੀਰ ਮੰਨੂ ਦੇ ਮਰਨ ਦੀ ਖਬਰ ਪਹੁੰਚੀ ਤਾਂ ਉਸਨੇ 12 ਨਵੰਬਰ ਨੂੰ ਆਪਣੇ 3 ਸਾਲ ਦੀ ਉਮਰ ਦੇ ਸ਼ਹਿਜ਼ਾਦੇ ਮਹਿਮੂਦ ਨੂੰ ਲਾਹੌਰ ਦਾ ਸੂਬੇਦਾਰ ਬਣਾਇਆ। ਉਸ ਦਾ ਨਾਇਬ ਮੀਰ ਮੰਨੂ ਦਾ 2 ਸਾਲ ਦਾ ਲੜਕਾ ਮੁਹੰਮਦ ਅਮੀਨ ਖਾਂ ਬਣਾਇਆ ਗਿਆ। ਕੰਮ ਚਲਾਉਣ ਵਾਸਤੇ ਮੁਰਾਦ ਬੇਗਮ ਤੇ ਮੋਮਨ ਖਾਂ ਹਾਕਮ ਥਾਪੇ ਗਏ। ਇਹ ਅਫਸਰ ਕੇਵਲ 5 ਦਿਨ ਆਪਣੇ ਅਹੁਦਿਆਂ ਤੇ ਰਹੇ। ਇਸ ਤੋਂ ਪਹਿਲਾਂ ਦਿੱਲੀ ਦੀ ਵਜ਼ਾਰਤ ਵਿੱਚ ਅਦਲਾ ਬਦਲੀ ਹੋ ਚੁੱਕੀ ਸੀ। ਮਾਰਚ 1753 ਈਸਵੀ ਵਿੱਚ ਸਫਦਰ ਜੰਗ ਦੀ ਥਾਂ ਇੰਤਜ਼ਾਮੁਦੌਲਾ ਖਾਨ ਖਾਨਾ ਕਮਰੂਦੀਨ ਦਾ ਵੱਡਾ ਪੁੱਤਰ ਵਜ਼ੀਰ ਬਣ ਚੁੱਕਾ ਸੀ। ਲਾਹੌਰ ਦੇ ਅਹੁਦਿਆਂ ਦੀ ਇਹ ਵੰਡ ਵਜ਼ੀਰ ਖਾਨ ਖਾਨਾ ਨੂੰ ਪਸੰਦ ਨਹੀਂ ਸੀ, ਸੋ ਉਸ ਵਿੱਚ ਅਦਲਾ ਬਦਲੀ ਕੀਤੀ ਗਈ। 17 ਨਵੰਬਰ 1753 ਈਸਵੀ ਨੂੰ
ਵਜ਼ੀਰ ਖਾਨ ਖਾਨਾ ਨੂੰ ਲਾਹੌਰ ਦਾ ਸੂਬੇਦਾਰ ਤੇ ਮੋਮਨ ਖਾਂ ਨੂੰ ਉਸ ਦਾ ਨਾਇਬ ਬਣਾਇਆ ਗਿਆ। ਭਿਖਾਰੀ ਖਾਂ ਨੂੰ ਨਾਇਬ ਦਾ ਮਦਦਗਾਰ ਥਾਪ ਦਿੱਤਾ ਗਿਆ। ਮੁਰਾਦ ਬੇਗਮ ਤੇ ਮੋਮਨ ਖਾਂ ਦੋਹਾਂ ਨੂੰ ਇਹ ਵੰਡ ਪਸੰਦ ਨਹੀਂ ਸੀ। ਉਹਨਾਂ ਅਹਿਮਦ ਸ਼ਾਹ ਅਬਦਾਲੀ ਕੋਲੋਂ ਸੂਬੇਦਾਰੀ ਦੀ ਸਨਦ ਮੰਗਵਾ ਲਈ। ਜਨਵਰੀ 1754 ਈਸਵੀ ਵਿੱਚ ਅਬਦਾਲੀ ਦਾ ਸ਼ਾਹੀ ਫਰਮਾਨ ਆ ਗਿਆ ਕਿ ਮੀਰ ਮੰਨੂ ਦਾ ਲੜਕਾ ਮੁਹੰਮਦ ਅਮੀਨ ਖਾਂ ਲਾਹੌਰ ਦਾ ਸੂਬੇਦਾਰ ਤੇ ਮੋਮਨ ਖਾਂ ਉਸ ਦਾ ਨਾਇਬ। ਇਸ ਫੈਸਲੇ ਨੂੰ ਭਿਖਾਰੀ ਖਾਂ ਨੇ ਪ੍ਰਵਾਨ ਕਰ ਲਿਆ। ਉਹ ਆਪਣੇ ਘਰ ਵਿੱਚ ਬਾਗੀ ਹੋ ਬੈਠਾ। ਮੁਰਾਦ ਬੇਗਮ ਨੇ ਬਾਕੀ ਸਾਰੇ ਜਰਨੈਲਾਂ ਨੂੰ ਵਧੇਰੇ ਤਨਖਾਹ ਦੇਣੀ ਕਰਕੇ ਆਪਣੇ ਨਾਲ ਗੰਢ ਲਿਆ। ਉਸਨੇ ਹਮਲਾ ਕਰਕੇ ਭਿਖਾਰੀ ਖਾਂ ਨੂੰ ਕੈਦ ਕਰ ਲਿਆ। ਉਸ ਦਾ ਘਰ-ਬਾਰ ਲੁੱਟ ਲਿਆ। ਇਸ ਤਰ੍ਹਾਂ ਬੇਗਮ ਨੇ ਇਹ ਬਗਾਵਤ ਦਬਾ ਲਈ। ਪਰ ਉਸ ਦੇ ਮਾੜੇ ਭਾਗਾਂ ਨੂੰ ਮਈ 1754 ਈਸਵੀ ਵਿੱਚ ਉਸ ਦਾ ਪੁੱਤਰ ਮੁਹੰਮਦ ਅਮੀਨ ਖਾਂ ਮਰ ਗਿਆ। ਕਹਿੰਦੇ ਹਨ ਕਿ ਉਸ ਨੂੰ ਭਿਖਾਰੀ ਖਾਂ ਨੇ ਜ਼ਹਿਰ ਦਿੱਤਾ ਸੀ ਤੇ ਕਈ ਲਿਖਦੇ ਹਨ ਉਹ ਚੇਚਕ ਨਾਲ ਮਰ ਗਿਆ। ਇਸੇ ਸਮੇਂ ਦਿੱਲੀ ਸਰਕਾਰ ਵਿੱਚ ਬੜਾ ਇਨਕਲਾਬ ਆਇਆ। ਮਈ 1754 ਈਸਵੀ ਵਿੱਚ ਇੰਤਜ਼ਾਮੁਦੌਲਾ ਖਾਨ ਖਾਨਾ ਦੀ ਥਾਂ ਗਾਜ਼ੀ-ਉਦ-ਦੀਨ ਇਮਾਦੁਲ ਮੁਲਕ ਵਜ਼ੀਰ ਬਣ ਗਿਆ। ਉਹ 17-18 ਸਾਲ ਦਾ ਸੁੰਦਰ ਜਵਾਨ ਸੀ। ਉਹਨੇ 2 ਜੂਨ 1754 ਈਸਵੀ ਨੂੰ ਬਾਦਸ਼ਾਹ ਅਹਿਮਦ ਸ਼ਾਹ ਨੂੰ ਕੈਦ ਕਰ ਲਿਆ ਤੇ ਉਹਦੀਆਂ ਅੱਖਾਂ ਕੱਢ ਦਿੱਤੀਆਂ। ਉਸ ਦੀ ਥਾਂ 55 ਸਾਲ ਦੇ ਬੁੱਢੇ ਸ਼ਹਿਜ਼ਾਦੇ ਅਜ਼ੀਜ਼ੁਦੀਨ ਨੂੰ ਤਖਤ ਤੇ ਬਿਠਾਇਆ ਗਿਆ, ਜਿਸ ਨੇ ਆਲਮਗੀਰ ਦੂਜਾ ਲਕਬ ਧਾਰਨ ਕੀਤਾ। ਨਵੇਂ ਬਾਦਸ਼ਾਹ ਨੇ 25 ਅਕਤੂਬਰ 1754 ਈਸਵੀ ਨੂੰ ਮੋਮਨ ਖਾਂ ਨੂੰ ਲਾਹੌਰ ਦਾ ਗਵਰਨਰ ਬਣਾ ਦਿੱਤਾ। ਪਰ ਇਸ ਹੁਕਮ ਨੂੰ ਮੁਰਾਦ ਬੇਗਮ ਨੇ ਪ੍ਰਵਾਨ ਨਾ ਕੀਤਾ। ਉਸਨੇ ਸਾਰੀ ਤਾਕਤ ਆਪਣੇ ਹੱਥ ਵਿੱਚ ਲੈ ਲਈ। ਉਸਨੇ ਪੁਰਾਣੇ ਅਮੀਰਾਂ ਦੀ ਥਾਂ ਆਪਣੇ ਮਹਿਲ ਦੇ ਗੁਲਾਮਾਂ ਤੇ ਨੌਕਰਾਂ ਨੂੰ ਦੇ ਦਿੱਤੀ। ਇਸ ਸਮੇਂ ਉਹਦੇ ਵਿਗੜੇ ਹੋਏ ਚਾਲ ਚੱਲਣ ਦਾ ਚਰਚਾ ਲਾਹੌਰ ਦੇ ਬੱਚੇ ਦੀ ਜ਼ੁਬਾਨ ਤੇ ਸੀ। ਬਖਸ਼ੀ ਗਾਜ਼ੀ ਬੇਗ ਤੇ ਤਹਿਮਾਸਪ ਖਾਂ ਮਸਕੀਨ ਨਾਲ ਉਸ ਦਾ ਯਾਰਾਨਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਸੀ। ਲਾਹੌਰ ਦੇ ਅਮੀਰ ਤੇ ਪਤਵੰਤੇ ਆਦਮੀ ਬੇਗਮ ਦੀ ਹਕੂਮਤ ਤੋਂ ਤੰਗ ਆ ਗਏ। ਉਸ ਦਾ ਉਹਨਾਂ ਖਵਾਜਾ ਮਿਰਜ਼ਾ ਖਾਂ ਨੂੰ ਲਾਹੌਰ ਦੀ ਹਕੂਮਤ ਸੰਭਾਲਣ ਵਾਸਤੇ ਬੁਲਾ ਲਿਆ। ਦਸੰਬਰ 1754 ਈਸਵੀ ਵਿੱਚ ਖਵਾਜਾ ਮਿਰਜ਼ਾ ਖਾਂ ਲਾਹੌਰ ਤੇ ਆ ਕਾਬਜ਼ ਹੋਇਆ। ਉਸਨੇ ਬੇਗਮ ਨੂੰ ਉਸੇ ਦੇ ਘਰ ਵਿੱਚ ਨਜ਼ਰਬੰਦ ਕਰ ਦਿੱਤਾ ਤੇ ਆਪ ਲਾਹੌਰ ਦਾ ਸੂਬੇਦਾਰ ਬਣਿਆ। ਬੇਗਮ ਨੇ ਆਪਣੇ ਮਾਮੇ ਖਵਾਜਾ ਅਬਦੁੱਲਾ ਖਾਂ ਨੂੰ ਅਹਿਮਦ ਸ਼ਾਹ ਅਬਦਾਲੀ ਕੋਲ ਮਦਦ ਵਾਸਤੇ ਭੇਜਿਆ। ਅਬਦਾਲੀ ਦਾ ਜਰਨੈਲ ਅਮਾਨ ਖਾਂ 10,000 ਦੁਰਾਨੀ ਫੌਜ ਸਣੇ ਅਪ੍ਰੈਲ 1755 ਈਸਵੀ ਵਿੱਚ ਲਾਹੌਰ ਆ ਪੁੱਜਾ। ਉਸਨੇ ਖਵਾਜਾ ਮਿਰਜ਼ਾ ਨੂੰ ਲੜਾਈ ਵਿੱਚ ਜਿੱਤ ਕੇ ਸਣੇ ਉਸ ਦੇ ਮਾਤਹਿਤਾਂ ਦੇ ਕੈਦ ਕਰ ਲਿਆ ਤੇ ਸ਼ਹਿਰ ਲਾਹੌਰ ਲੁੱਟ ਲਿਆ। ਉਸਨੇ 40 ਲੱਖ ਦੇ ਲਗਭਗ ਲਾਹੌਰ ਵਿੱਚੋਂ ਲੁੱਟਿਆ। ਉਸਨੇ ਮੁਰਾਦ ਬੇਗਮ ਨੂੰ ਲਾਹੌਰ ਦੀ ਸੂਬੇਦਾਰੀ ਦਿੱਤੀ ਤੇ ਖਵਾਜਾ ਅਬਦੁੱਲਾ ਨੂੰ ਉਸ ਦਾ ਨਾਇਬ ਬਣਾਇਆ। ਭਿਖਾਰੀ ਖਾਂ ਦੇ ਹੱਥ ਪੈਰ ਜੁੜ ਕੇ ਗੋਲੀਆਂ ਤੇ ਨੌਕਰਾਂ ਕੋਲੋਂ ਜੁੱਤੀਆਂ ਮਰਵਾਈਆਂ। ਜਦ ਉਹ ਇਸ ਨਾਲ ਬੇਹੋਸ਼ ਹੋ ਗਿਆ, ਬੇਗਮ ਨੇ ਆਪ ਕਟਾਰ ਮਾਰ ਕੇ ਭਿਖਾਰੀ ਖਾਂ ਨੂੰ ਮਾਰਿਆ ਤੇ ਉਹਦੀ ਲੋਥ ਸ਼ਹਿਰੋਂ ਬਾਹਰ ਖਾਈ ਵਿੱਚ ਸੁਟਾ ਦਿੱਤੀ। ਇਹ ਘਟਨਾ ਅਪ੍ਰੈਲ 1755 ਈਸਵੀ ਦੀ ਹੈ। ਜੁਲਾਈ 1755 ਈਸਵੀ ਵਿੱਚ ਬੇਗਮ ਦੇ ਨਾਇਬ ਖਵਾਜਾ ਅਬਦੁੱਲਾ ਨੇ ਬੇਗਮ ਨੂੰ ਕੈਦ ਕਰ ਲਿਆ ਤੇ ਆਪ ਲਾਹੌਰ ਦਾ ਸੂਬੇਦਾਰ ਬਣ ਬੈਠਾ। ਇਸ ਨਵੇਂ ਅਹੁਦੇ ਦੀ ਖੁਸ਼ੀ ਮਨਾਉਣ ਬਦਲੇ ਉਹਨੇ ਲਾਹੌਰ ਦੇ ਹਿੰਦੂਆਂ ਤੇ ਮੁਸਲਮਾਨਾਂ ਦੇ ਘਰ ਚੰਗੀ ਤਰ੍ਹਾਂ ਲੁੱਟੇ ਤੇ ਲੱਖਾਂ ਰੁਪਏ ਇਕੱਠੇ ਕਰ ਲਏ। ਲਾਹੌਰ ਦੀ ਇਹ ਹਾਲਤ ਵੇਖ ਕੇ ਜਲੰਧਰ ਦਾ ਫੌਜਦਾਰ ਅਦੀਨਾ ਬੇਗ ਫੌਜ ਲੈ ਕੇ ਚੜ੍ਹ ਆਇਆ। ਉਹਨੇ ਖਵਾਜਾ ਅਬਦੁੱਲਾ ਨੂੰ ਕੱਢ ਕੇ ਲਾਹੌਰ ਵਿੱਚ ਆਪਣਾ ਨਾਇਬ ਸੂਬੇਦਾਰ ਸਦੀਕ ਬੇਗ ਨੂੰ ਥਾਪ ਦਿੱਤਾ
ਬੇਗਮ ਨੇ ਆਪਣਾ ਏਲਚੀ ਅਬਦਾਲੀ ਕੋਲ ਮਦਦ ਵਾਸਤੇ ਭੇਜਿਆ। ਉਸਨੇ ਜਰਨੈਲ ਜਹਾਨ ਖਾਂ ਨੂੰ ਲਾਹੌਰ ਤੇ ਚੜ੍ਹਾ ਭੇਜਿਆ। ਜਹਾਨ ਖਾਂ ਦੇ ਆਉਣ ਤੋਂ ਪਹਿਲਾਂ ਹੀ ਸਦੀਕ ਬੇਗ ਸਰਹੰਦ ਨੂੰ ਭੱਜ ਗਿਆ। ਜਹਾਨ ਖਾਂ ਨੇ ਮੁਰਾਦ ਬੇਗਮ ਨੂੰ ਲਾਹੌਰ ਦਾ ਸੂਬੇਦਾਰ ਤੇ ਖਵਾਜਾ ਅਬਦੁੱਲਾ ਨੂੰ ਉਸ ਦਾ ਨਾਇਬ ਫੇਰ ਬਣਾ ਦਿੱਤਾ। ਇਹ ਗੱਲ ਦਸੰਬਰ 1755 ਈਸਵੀ ਦੀ ਹੈ। ਦੁਰਾਨੀ ਫੌਜ ਵਾਪਸ ਮੁੜ ਗਈ ਤਾਂ ਅਦੀਨਾ ਬੇਗ ਫੇਰ ਲਾਹੌਰ ਉੱਤੇ ਹਮਲਾ ਕਰਨ ਦੀ ਤਿਆਰੀ ਕਰਨ ਲੱਗਾ। ਮੁਰਾਦ ਬੇਗਮ ਦੀ ਲੜਕੀ ਉਮਦਾ ਬੇਗਮ ਦਿੱਲੀ ਦੇ ਵਜ਼ੀਰ ਗਾਜ਼ੀਉਦੀਨ ਨਾਲ ਮੰਗੀ ਹੋਈ ਸੀ। ਇਸ ਸਬੰਧ ਦੇ ਹੌਸਲੇ ਉੱਤੇ ਮੁਰਾਦ ਬੇਗਮ ਨੇ ਵਜ਼ੀਰ ਨੂੰ ਮਦਦ ਵਾਸਤੇ ਬੁਲਾ ਭੇਜਿਆ। ਵਜ਼ੀਰ 10,000 ਫੌਜ ਲੈ ਕੇ ਫਰਵਰੀ 1756 ਈਸਵੀ ਵਿੱਚ ਮਾਛੀਵਾੜਿਆ ਬੈਠਾ। ਅਦੀਨਾ ਬੇਗ ਨੇ ਅੰਦਰ ਖਾਨੇ ਵਜ਼ੀਰ ਨਾਲ ਸਮਝੌਤਾ ਕਰ ਲਿਆ। ਵਜ਼ੀਰ ਮਾਛੀਵਾੜੀ ਰਿਹਾ ਤੇ ਅਦੀਨਾ ਬੇਗ ਦਾ ਨਾਇਬ ਸਦੀਕ ਬੇਗ 10,000 ਫੌਜ ਸਣੇ ਲਾਹੌਰ ਆ ਪੁੱਜਾ। ਬੇਗਮ ਨੇ ਹਾਲ ਵਿਗੜੇ ਵੇਖੇ ਤਾਂ ਆਪਣੀ ਲੜਕੀ ਉਮਦਾ ਬੇਗਮ 4 ਮਾਰਚ ਨੂੰ ਵਜ਼ੀਰ ਕੋਲ ਭੇਜ ਦਿੱਤੀ, ਜਿਸ ਨੂੰ ਮਗਰਲੇ ਨੇ ਆਪਣੀ ਬੇਗਮ ਬਣਾ ਲਿਆ। ਫਿਰ ਵਜ਼ੀਰ ਨੇ ਸੈਯਦ ਜਮੀਲੂਦੀਨ ਨੂੰ ਮੁਰਾਦ ਬੇਗਮ ਨੂੰ ਲਿਆਉਣ ਵਾਸਤੇ ਲਾਹੌਰ ਭੇਜਿਆ। ਉਹਨੇ ਬੇਗਮ ਨੂੰ ਕੈਦ ਕਰ ਲਿਆ ਤੇ ਉਹਦਾ ਘਰ-ਬਾਰ ਲੁੱਟ ਲਿਆ। ਮੁਰਾਦ ਬੇਗਮ ਕੈਦਣ ਬਣ ਕੇ 28 ਮਾਰਚ 1756 ਈਸਵੀ ਨੂੰ ਵਜ਼ੀਰ ਦੇ ਕੈਂਪ ਵਿੱਚ ਪੁੱਜੀ। ਵਜ਼ੀਰ ਨੇ ਮੁਰਾਦ ਬੇਗਮ ਨੂੰ ਕੈਦ ਕਰ ਲਿਆ ਤੇ ਸੂਬਾ ਲਾਹੌਰ ਤੇ ਮੁਲਤਾਨ 30 ਲੱਖ ਸਾਲਾਨਾ ਖਰਾਜ ਬਦਲੇ ਅਦੀਨਾ ਬੇਗ ਨੂੰ ਦੇ ਦਿੱਤੇ। ਅਦੀਨਾ ਬੇਗ ਨੇ ਜ਼ਮੀਲੂਦੀਨ ਖਾਂ ਨੂੰ ਆਪਣੇ ਮਾਤਹਿਤ ਲਾਹੌਰ ਦਾ ਸੂਬੇਦਾਰ ਥਾਪਿਆ। ਇਹ ਪ੍ਰਬੰਧ ਕਰਕੇ ਵਜ਼ੀਰ 9 ਮਈ 1756 ਈਸਵੀ ਨੂੰ ਵਾਪਸ ਦਿੱਲੀ ਮੁੜਿਆ। ਖਵਾਜਾ ਅਬਦੁੱਲਾ ਖਾਂ ਕੰਧਾਰ ਨੂੰ ਨੱਸ ਗਿਆ ਸੀ। ਉਹ ਉੱਥੋਂ ਅਬਦਾਲੀ ਦੇ ਜਰਨੈਲ ਜੰਗਬਾਜ਼ ਖਾਂ ਨੂੰ ਚੜ੍ਹਾ ਲਿਆਇਆ। ਉਹਨਾਂ ਦੇ ਆਉਣ ਤੋਂ ਪਹਿਲਾਂ ਹੀ ਜ਼ਮੀਲੂਦੀਨ ਜਲੰਧਰ ਨੂੰ ਨੱਸ ਗਿਆ। 4 ਅਕਤੂਬਰ 1756 ਈਸਵੀ ਨੂੰ ਦੁਰਾਨੀ ਫੌਜ ਲਾਹੌਰ ਪੁੱਜੀ। ਉਸ ਦੀ ਮਦਦ ਨਾਲ ਖਵਾਜਾ ਅਬਦੁੱਲਾ ਲਾਹੌਰ ਦਾ ਸੂਬੇਦਾਰ ਬਣਿਆ ਤੇ ਖਵਾਜਾ ਮਿਰਜ਼ਾ ਉਸ ਦਾ ਨਾਇਬ। ਇਸ ਵਾਰ ਵੀ ਲਾਹੌਰ ਬੁਰੀ ਤਰ੍ਹਾਂ ਲੁੱਟਿਆ ਗਿਆ। ਨਵੰਬਰ 1753 ਈਸਵੀ ਤੋਂ ਅਕਤੂਬਰ 1756 ਈਸਵੀ ਤੱਕ ਲਾਹੌਰ ਸਰਕਾਰ ਵਿੱਚ ਕਈ ਅਦਲਾ ਬਦਲੀਆਂ ਹੋਈਆਂ। ਇਹਨਾਂ 3 ਸਾਲਾਂ ਵਿੱਚ ਸਰਕਾਰ ਦਾ ਪੱਕਾ ਪ੍ਰਬੰਧ ਨਹੀਂ ਰਿਹਾ ਸੀ। ਇਸ ਸਮੇਂ ਵਿੱਚ ਸਿੱਖਾਂ ਨੇ ਆਪਣੀ ਤਾਕਤ ਬਹੁਤ ਵਧਾ ਲਈ। ਪੰਜਾਬ ਵਿੱਚ ਉਹ ਹੈਰਾਨ ਕਰਨ ਵਾਲੀ ਤਾਕਤ ਬਣ ਗਏ। ਇਉਂ ਸਮਝੋ ਕਿ ਦੇਸ਼ ਵਿੱਚ ਜਥੇਬੰਦ ਤਾਕਤ ਉਸ ਵੇਲੇ ਸਿੱਖ ਹੀ ਸਨ। ਮੀਰ ਮੰਨੂ ਦੇ ਜਿਉਂਦਿਆਂ ਹੀ ਸਿੰਘ ਪੰਜਾਬ ਆ ਗਏ ਸਨ। ਉਸ ਦੇ ਮਰੇ ਤੋਂ ਰਾਜ ਰੌਲਾ ਪੈ ਗਿਆ ਤਾਂ ਸਿੰਘਾਂ ਨੇ ਸਾਰੇ ਇਲਾਕੇ ਵਿੱਚ ਲੁੱਟ ਮਚਾ ਦਿੱਤੀ। ਜਿਨ੍ਹਾਂ ਚੁਗਲਾਂ ਨੇ ਗਸ਼ਤੀ ਫੌਜ ਨੂੰ ਦੱਸ ਕੇ ਸਿੰਘਾਂ ਦੇ ਬਾਲ ਬੱਚੇ ਫੜਾਏ ਸਨ, ਖਾਲਸੇ ਨੇ ਉਹਨਾਂ ਤੋਂ ਗਿਣ ਕੇ ਬਦਲੇ ਲਏ। ਨੂਰਦੀਨ ਦੀ ਸਰਾਂ, ਕੋਟ, ਮਜੀਠਾ, ਜੰਡਿਆਲਾ, ਘਣੀਆਂ, ਸੈਦੇਵਾਲਾ, ਭੂਰੇ, ਮੰਡਿਆਲਾ, ਬੁਤਾਲਾ, ਬੰਡਾਲਾ, ਨੌਸ਼ਹਿਰਾ, ਮਾਲਪੁਰ, ਫਗਵਾੜਾ ਆਦਿ ਪਿੰਡ ਤੇ ਕਸਬੇ ਲੁੱਟ ਲਏ। ਕਰਮੇ, ਸ਼ੀਨੇ ਤੇ ਰੰਧਾਵੇ ਦੇ ਪਰਿਵਾਰ ਦੇ ਜਿੰਨੇ ਬੰਦੇ ਹੱਥ ਲੱਗੇ ਕਤਲ ਕਰ ਦਿੱਤੇ। ਸੈਦੇ ਵਾਲੇ ਦੇ ਜੱਟ, ਭੂਰਿਆਂ ਦੇ ਪੈਂਚ, ਬੁਤਾਲੇ ਦੇ ਰੰਗੜ, ਬੰਡਾਲੇ ਦੇ ਜੱਟ, ਨੌਸ਼ਹਿਰੇ ਦੇ ਪੈਂਚ, ਇਸਮਾਇਲ ਖਾਂ ਮੰਡਾਲੀਆ, ਔਲੀਏ ਖਾਂ ਕੈਬ, ਹਸਨਾ ਭੱਟੀ ਆਦਿ ਨਾਮਵਰ ਚੁਗਲ ਭਾਲ ਕੇ ਮਾਰੇ ਗਏ। ਅੱਜ ਤੱਕ ਅਸੀਂ ਇੱਥੋਂ ਤੱਕ ਹੀ ਇਸ ਕਿਤਾਬ ਨੂੰ ਪੜ੍ਹਾਂਗੇ। ਅਗਲੇ ਦਿਨਾਂ ਦੇ ਵਿੱਚ ਅੱਗੇ ਪੜ੍ਹਨ ਦਾ ਯਤਨ ਕਰਾਂਗੇ। ਇਸ ਕਿਤਾਬ ਦੇ ਅਸੀਂ 144 ਪੰਨੇ ਪੜ੍ਹ ਚੁੱਕੇ ਹਾਂ। ਸੋ ਸਰੋਤਿਓ, ਤੁਸੀਂ ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹਿਣਾ। ਆਪਣੇ ਸਵਾਲ ਜਾਂ ਸੁਝਾਅ ਸਾਡੇ ਫੇਸਬੁੱਕ ਪੇਜ 'ਤੇ ਤੁਸੀਂ ਸਾਨੂੰ ਭੇਜ ਸਕਦੇ ਹੋ। ਸਾਡਾ ਫੇਸਬੁੱਕ ਪੇਜ ਹੈ ਰੇਡੀਓ ਵਾਇਸ ਆਫ ਖਾਲਸਾ। ਸੋ ਤੁਸੀਂ ਸੁਣਦੇ ਰਹੋ ਰੇਡੀਓ ਵਾਇਸ ਆਫ ਖਾਲਸਾ। ਮੈਨੂੰ ਜਾਣੀ ਜਰਨੈਲ ਸਿੰਘ ਚੱਕਰ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।